सब तो पहला शहर हुशियारपुर की गल कर लीए, कित्थे क देखते हो सियासत नूं टिकी हुई उम्मीदवार जिहड़े ने लगभग चेहरे सामने आ चुके ने। किस नज़रिए दे नाल तुसीं देखदे हो, क्योंकि तुसीं कांग्रेस विच लंबे समय तो सेवावां दे रहे हो कि ये लोकतंत्र है और ਇਹਦੇ ਵਿੱਚ ਹਰ ਇਨਸਾਨ ਨੂੰ ਇਲੈਕਸ਼ਨ 'ਚ ਖੜੇ ਹੋਣ ਦਾ ਹੱਕ ਹੈ ਔਰ ਉਹਦਾ ਅਸੀਂ ਵੈਲਕਮ ਵੀ ਕਰਦੇ ਹਾਂ। ਬਟ ਅਸੀਂ ਆਪਣੀ ਪਾਰਟੀ ਵੱਲੋਂ ਆਪਣੇ ਜਿਹੜੇ ਸਾਡੇ ਕੈਂਡੀਡੇਟ ਨੇ ਅਰੋੜਾ ਜੀ, ਅਸੀਂ ਉਹਨਾਂ ਨੂੰ ਤਰੱਕੀ ਦੀ ਹਨੇਰੀ ਕਹਿੰਦੇ ਹਾਂ। ਰਾਏ ਸਾਹਿਬ, ਤੁਸੀਂ ਗੱਲ ਕੀਤੀ ਵਿਕਾਸ ਦੀ, ਤਰੱਕੀ ਦੀ, ਹਨੇਰੀ ਦੀ, ਤੇ ਮੰਤਰੀ ਪਦ ਤੋਂ ਉਹਨਾਂ ਨੂੰ ਕਿਉਂ ਜਿਹੜਾ ਹੈ ਖੁੰਝਣਾ ਪੈ ਗਿਆ? ਹਾਈ ਕਮਾਂਡ ਦਾ ਫੈਸਲਾ ਹੈ, ਅਸੀਂ ਉਹਦੇ ਵਿੱਚ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ। ਹਾਈ ਕਮਾਂਡ ਦੀ ਗੱਲ ਕੀਤੀ, ਹਾਈ ਕਮਾਂਡ ਦੇ ਵਿੱਚ ਇਸ ਵੇਲੇ ਚਰਨਜੀਤ ਚੰਨੀ ਛਾਏ ਪਏ ਨੇ ਪੰਜਾਬ ਦੀ ਸਿਆਸਤ ਦੇ ਉੱਤੇ। ਹਾਲਾਂਕਿ ਵਿਰੋਧੀ ਜਿਹੜੇ ਨੇ ਉਹ ਵੱਖ-ਵੱਖ ਜਿਹੜੇ ਉਹਨਾਂ 'ਤੇ ਇਲਜ਼ਾਮਾਤ ਜਾਂ ਉਹਨਾਂ 'ਤੇ ਦੋਸ਼ ਵੀ ਕੰਮਾਂ ਦੇ ਵਿੱਚ ਕੱਢ ਰਹੇ ਨੇ। ਠੀਕ ਆ, ਲੋਕਤੰਤਰ ਹੈ, ਉਹਨਾਂ ਦਾ ਆਪਣਾ ਕੰਮ ਹੈ। ਚੰਨੀ ਸਾਹਿਬ ਦੇ ਕੰਮ ਨੂੰ ਕਿਵੇਂ ਦੇਖਦੇ ਹੋ? ਕਾਂਗਰਸ ਵਿੱਚ ਰਹਿੰਦੇ ਆ। ਕਹਿਣੇ ਵਾਲੇ ਨੇ ਕਹੀ ਜਾਣਾ ਜੀ, ਕਰਨ ਵਾਲੇ ਨੇ ਆਪਣੇ ਕੰਮ ਕਰੀ। ਪਰ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਵੀ ਸਿਆਸਤ ਦੇ ਵਿੱਚ ਆਉਂਦਾ ਉਹ ਆ ਕੇ ਇਹੀ ਕਹਿੰਦਾ ਜੀ ਮੈਨੂੰ ਤਾਂ ਸਮਾਂ ਬਹੁਤ ਥੋੜ੍ਹਾ ਮਿਲਿਆ, ਮੈਂ ਇੰਨੇ ਥੋੜ੍ਹੇ ਸਮੇਂ ਵਿੱਚ ਕੀ ਬਦਲਾਅ ਕਰ ਲਵਾਂ। ਤੇ ਜਿਹੜੀਆਂ ਅਖੀਰਲੀਆਂ ਲਾਈਨਾਂ ਜਿਨ੍ਹਾਂ ਨੇ ਦਿਲ ਛੂਹ ਲਿਆ, ਉਹ ਕਹਿੰਦਾ ਜੀ ਸਾਡੇ ਪੁਰਖੇ ਵੀ ਇਹ ਗੱਲਾਂ ਸੁਣਦੇ ਚਲੇ ਗਏ ਤੇ ਸ਼ਾਇਦ ਅਸੀਂ ਵੀ ਇੱਦਾਂ ਹੀ ਚੱਲ ਜਾਣਾ ਵੀ ਇੰਨੇ ਥੋੜ੍ਹੇ ਸਮੇਂ ਵਿੱਚ ਕੀ ਕਰ ਲਈਏ, ਥੋੜ੍ਹੇ ਸਮੇਂ ਵਿੱਚ ਕੀ ਕਰ ਲਈਏ, ਜਦ ਕਿ ਕਾਂਗਰਸ ਕੋਈ ਕੱਲ੍ਹ ਦੀ ਪਾਰਟੀ ਨਹੀਂ ਕਿ ਜੇ ਸਮਾਂ ਥੋੜਾ ਵੀ ਮਿਲਿਆ ਹੈ ਨਾ ਤਾਂ ਅਸੀਂ ਬਹੁਤਾ ਕਰਕੇ ਦਿਖਾਵਾਂਗੇ। 22 ਦੇ ਇਲੈਕਸ਼ਨ 'ਚ ਆਪਣੇ ਆਪ ਡਿਕਲੇਅਰ ਹੋ ਜਾਣਾ ਕਿ ਕੰਮ ਹੋਏ ਆ ਜਾਂ ਨਹੀਂ ਹੋਏ। ਜੇ ਪਬਲਿਕ ਨੂੰ ਲੱਗੇਗਾ ਕਿ ਕੰਮ ਹੋਏ ਆ ਤਾਂ ਨੈਚੁਰਲੀ ਇਹ ਵੋਟ ਪਏਗੀ। ਜੇ ਨਹੀਂ ਲੱਗੇਗਾ ਕਿ ਕੰਮ ਨਹੀਂ ਹੋਏ ਤਾਂ ਵੋਟ ਨਹੀਂ ਪਏਗੀ। ਜਨਤਾ ਜਦੋਂ ਦਿਖਾਉਂਦੀ ਹੈ ਨਾ ਕਿ ਬੈਲਟ ਬਾਕਸ 'ਚੋਂ ਕੀ ਨਿਕਲਦਾ, ਉਦੋਂ ਪਤਾ ਲੱਗਦਾ ਕਿ ਕੀ ਹੋਇਆ। ਠੀਕ ਹੈ ਨਾ, ਕੰਮ ਹੋਏ ਸੀ ਜਾਂ ਨਹੀਂ ਹੋਏ ਸੀ, ਉਹ ਬੈਲਟ ਬਾਕਸ। ਚੋਣਾਂ ਆ ਗਈਆਂ, ਫਰੀ ਬਿਜਲੀ ਦੇ ਦਿਆਂਗੇ, ਫਰੀ ਖੰਡ ਦੇ ਦਿਆਂਗੇ, ਪੱਤੀ ਦੇ ਦਿਆਂਗੇ, ਲੂਣ ਦੇ ਦਿਆਂਗੇ। ਫਰੀ ਵਾਲੇ ਲੋਲੀਪੌਪ ਕਿਉਂ? ਲੋਕਾਂ ਨੂੰ ਉਸ ਕਾਬਲ ਕਿਉਂ ਨਹੀਂ ਬਣਾਉਣ ਵੱਲ ਕਦਮ ਚੁੱਕੇ ਜਾਂਦੇ ਕਿ ਲੋਕ ਫਰੀ ਵਾਲੇ ਪਾਸੇ ਜਾਣ ਹੀ ਨਾ? ਕਿ ਜਿਹੜਾ ਫਰੀ ਵਾਲਾ ਕੰਮ ਹੈ ਨਾ, ਉਹਦੇ ਅਸੀਂ ਵੀ ਅਪੋਜ਼ਿਟ ਹਾਂ। ਮੈਂ ਖੁਦ ਉਸ ਦੇ ਖਿਲਾਫ। ਮੈਂ ਕੱਲ੍ਹ ਇੱਕ ਜਗ੍ਹਾ ਪੜ੍ਹ ਰਿਹਾ ਸੀਗਾ ਕਿ ਇੱਕ ਏਅਰਕ੍ਰਾਫਟ ਦੇ ਤੇਲ ਨਾਲੋਂ, ਆਇਲ ਨਾਲੋਂ ਇਸ ਵੇਲੇ ਪੈਟਰੋਲ ਜਨਤਾ ਲਈ ਮਹਿੰਗਾ ਹੈ। ਪੈਟਰੋਲ ਡੀਜ਼ਲ ਡੇਲੀ ਕਿਉਂ ਵੱਧ ਰਿਹਾ ਵਾ? ਇਹਨਾਂ ਨੇ ਗੈਸ ਦਾ ਕਿਹਾ ਕਿ ਸਬਸਿਡੀ ਆਊਗੀ ਜੀ, ਸਬਸਿਡੀ ਖਾਤਿਆਂ ਦੇ ਵਿੱਚ ਆਊਗੀ। ਉਹ ਖਾਤਿਆਂ 'ਚੋਂ ਕੀ ਹੋਇਆ? ਅੱਜ 1000 ਰੁਪਏ ਸਿਲੰਡਰ ਹੋ ਗਿਆ। ਮੇਰੇ ਖੁਦ ਦੇ ਖਾਤੇ ਦੇ ਵਿੱਚ ਪਿੱਛੇ ਜੇ 26 ਰੁਪਏ ਆਏ ਆ। ਕਿਆ ਇਹ ਮਜ਼ਾਕ ਹੈ? ਕਿਉਂਕਿ ਮਨਪ੍ਰੀਤ ਬਾਦਲ ਉਹਨਾਂ ਦੇ ਨਾਲ ਬੈਠੇ ਹੋਏ ਸੀਗੇ ਤੇ ਉਹ ਅਕਸਰ ਕਹਿੰਦੇ ਸੁਣੇ ਜਾਂਦੇ ਸੀਗੇ ਕਿ ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਆ। ਤੇ ਹੁਣ ਚੰਨੀ ਸਾਹਿਬ ਕਹਿ ਦਿੰਦੇ ਆ ਕਿ ਖਜ਼ਾਨਾ ਨਾ ਕਦੀ ਖਾਲੀ ਸੀਗਾ, ਨਾ ਖਾਲੀ ਹੋਣ ਦੇਵਾਂਗੇ। ਪੰਜਾਬ ਦਾ ਖਜ਼ਾਨਾ ਭਰਿਆ ਸੀ ਤੇ ਭਰਿਆ ਹੀ ਰੱਖਾਂਗੇ। ਪੰਜਾਬ ਜਿਹੜਾ ਹੈ ਨਾ, ਉਹ ਗੁਰੂਆਂ ਦੀ ਧਰਤੀ ਹੈ ਤੇ ਗੁਰੂਆਂ ਦੀ ਧਰਤੀ ਕਦੀ ਵੀ ਖਾਲੀ ਨਹੀਂ ਹੁੰਦੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡਾਕ ਟੈਲੀਵਿਜ਼ਨ। ਮੈਂ ਹਾਂ ਤੁਹਾਡਾ ਦੋਸਤ ਗੋਬਿੰਦਜੀਤ ਸਿੰਘ। ਸਿਆਸਤ ਜਿਹੜੀ ਇਸ ਵਕਤ ਪੰਜਾਬ ਭਰ ਦੀ ਜਿਹੜੀ ਹੈ ਪੱਖੀ ਹੋਈ ਹੈ, ਦੇਸ਼ ਭਰ ਦੀ ਸਿਆਸਤ ਪੱਖੀ ਹੋਈ ਹੈ। ਕਿਸਾਨੀ ਅੰਦੋਲਨ ਜਿਹੜਾ ਇਹ ਪੂਰੇ ਜੋਬਨ ਦੇ ਉੱਤੇ ਹੈ ਤੇ ਇਹਨਾਂ ਤਮਾਮ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਅਸੀਂ ਅੱਜ ਆਣ ਪਹੁੰਚੇ ਹਾਂ ਡਿਸਟ੍ਰਿਕਟ ਚੇਅਰਮੈਨ ਪਬਲਿਕ ਕੋਆਰਡੀਨੇਸ਼ਨ ਸੈੱਲ ਕਾਂਗਰਸ ਤੋਂ ਨੇ ਵਿਨੋਦ ਰਾਏ ਜੀ, ਤੇ ਨਾਲ ਸਟੇਟ ਪ੍ਰੈਜ਼ੀਡੈਂਟ ਨੇ ਜਿਹੜੇ ਵਪਾਰ ਸੈੱਲ ਤੋਂ ਇੰਟੈਕ। ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਵੀ ਇਹਨਾਂ ਦੇ ਜਿਹੜੇ ਇਸ ਵੇਲੇ ਪੰਜਾਬ ਦੇ ਮੁੱਦੇ ਨੇ ਉਹਨਾਂ ਤੇ ਇਹਨਾਂ ਦੀ ਕਿਸ ਤਰ੍ਹਾਂ ਦੀ ਦੇਖਣੀ ਹੈ, ਤੱਕਣੀ ਹੈ, ਕੀ ਵਿਚਾਰ ਰੱਖਦੇ ਨੇ, ਸਿਆਸਤ 'ਤੇ ਕਿਹੋ ਜਿਹੀ ਨਜ਼ਰ ਰੱਖਦੇ ਨੇ। ਵਿਨੋਦ ਜੀ, ਤੁਹਾਡਾ ਡਾਕ ਟੈਲੀਵਿਜ਼ਨ ਦੇ ਉੱਤੇ ਬਹੁਤ ਬਹੁਤ ਸਵਾਗਤ ਕਰਦਾ ਜੀ। ਥੈਂਕ ਯੂ ਗੋਬਿੰਦ ਜੀ। ਮਾਣ ਹੈ ਤੁਹਾਡਾ ਹੁਸ਼ਿਆਰਪੁਰ ਨਿਊਜ਼ ਦਾ, ਡਾਕ ਨਿਊਜ਼ ਦਾ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਨਿਮਾਣੇ ਜੇ ਨੂੰ ਮਾਣ ਬਖਸ਼ਿਆ ਵਾ ਪਬਲਿਕ ਦੇ ਰੂਬਰੂ ਹੋਣ ਦਾ। ਥੈਂਕ ਯੂ। ਵਿਨੋਦ ਜੀ, ਗੱਲਬਾਤ ਸ਼ੁਰੂ ਕਰਦੇ ਹਾਂ ਅਸੀਂ ਸ਼ਹਿਰ ਦੀ ਸਿਆਸਤ ਤੋਂ, ਤੇ ਪੰਜਾਬ ਦੇ ਕੁਝ ਮੁੱਦੇ ਜਿਹੜੇ ਨੇ ਸਿਆਸਤ ਹੈ ਉਸ ਤੋਂ ਵੀ ਛੋਹਣ ਦੀ ਕੋਸ਼ਿਸ਼ ਕਰਾਂਗੇ, ਸਮੇਂ ਦੇ ਦਾਇਰੇ ਦੇ ਅੰਦਰ ਰਹਿ ਕੇ, ਸ਼ਬਦਾਂ ਦੀ ਮਰਿਆਦਾ ਦੇ ਵਿੱਚ ਰਹਿ ਕੇ। ਸਭ ਤੋਂ ਪਹਿਲਾਂ ਸ਼ਹਿਰ ਹੁਸ਼ਿਆਰਪੁਰ ਦੀ ਗੱਲ ਕਰ ਲਈਏ, ਕਿੱਥੇ ਕ ਦੇਖਦੇ ਹੋ ਸਿਆਸਤ ਨੂੰ ਟਿਕੀ ਹੋਈ ਉਮੀਦਵਾਰ ਜਿਹੜੇ ਨੇ ਉਹ ਲਗਭਗ ਚਿਹਰੇ ਸਾਹਮਣੇ ਆ ਚੁੱਕੇ ਨੇ। ਕਿਸ ਨਜ਼ਰੀਏ ਦੇ ਨਾਲ ਤੁਸੀਂ ਦੇਖਦੇ ਹੋ, ਕਿਉਂਕਿ ਤੁਸੀਂ ਕਾਂਗਰਸ ਵਿੱਚ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਹੋ? ਹੁਸ਼ਿਆਰਪੁਰ ਦੇ ਵਿੱਚ ਦੇਖੋ, ਇਹਦੇ ਵਿੱਚ ਇਹ ਹੈ ਕਿ ਹਰ ਪਾਰਟੀ ਨੇ ਆਪਣਾ ਨੁਮਾਇੰਦਾ ਜਦੋਂ ਇਲੈਕਸ਼ਨ ਆਉਣਾ ਹੈ ਤਾਂ ਉਤਾਰਨਾ ਹੈ। ਠੀਕ ਹੈ, ਉਹਦੇ ਵਿੱਚ ਆਪਾਂ ਕੋਈ ਕਮੈਂਟ ਨਹੀਂ ਕਰ ਸਕਦੇ ਬਿਕੋਜ਼ ਕੀ ਹੈ ਕਿ ਇਹ ਲੋਕਤੰਤਰ ਹੈ ਔਰ ਇਹਦੇ ਵਿੱਚ ਹਰ ਇਨਸਾਨ ਨੂੰ ਇਲੈਕਸ਼ਨ 'ਚ ਖੜੇ ਹੋਣ ਦਾ ਹੱਕ ਹੈ ਔਰ ਉਹਦਾ ਅਸੀਂ ਵੈਲਕਮ ਵੀ ਕਰਦੇ ਹਾਂ। ਬਟ ਅਸੀਂ ਆਪਣੀ ਪਾਰਟੀ ਵੱਲੋਂ ਆਪਣੇ ਜਿਹੜੇ ਸਾਡੇ ਕੈਂਡੀਡੇਟ ਨੇ ਅਰੋੜਾ ਜੀ, ਅਸੀਂ ਉਹਨਾਂ ਨੂੰ ਤਰੱਕੀ ਦੀ ਹਨੇਰੀ ਕਹਿੰਦੇ ਹਾਂ। ਠੀਕ ਹੈ, ਹੁਸ਼ਿਆਰਪੁਰ ਦੇ ਵਿੱਚ ਜੋ ਕੁਛ ਉਹਨਾਂ ਨੇ ਕੀਤਾ ਹੈ, ਮੈਡੀਕਲ ਕਾਲਜ ਲਿਆਉਣਾ ਕੋਈ ਛੋਟੀ ਗੱਲ ਨਹੀਂ ਹੈ। ਹੁਸ਼ਿਆਰਪੁਰ ਦੇ ਵਿੱਚ ਮੈਡੀਕਲ ਕਾਲਜ ਆਉਣਾ ਬਹੁਤ ਵੱਡੀ ਗੱਲ ਹੈ। ਮੇਰੇ ਖਿਆਲ ਦੇ ਨਾਲ ਕਾਫੀ ਸਾਲਾਂ ਤੋਂ ਹੀ ਹੁਸ਼ਿਆਰਪੁਰ ਦੇ ਵਿੱਚ ਕੋਈ ਵੱਡਾ ਪ੍ਰੋਜੈਕਟ ਆਇਆ ਨਹੀਂ ਸੀਗਾ। ਬਟ ਸੈਂਚੁਰੀ ਪਲਾਈਵੁੱਡ ਹੋ ਗਿਆ, ਹੋਰ ਫੈਕਟਰੀਜ਼ ਇੱਕ ਦੋ ਲੱਗੀਆਂ ਹੈਗੀਆਂ ਹੁਸ਼ਿਆਰਪੁਰ ਦੇ ਵਿੱਚ, ਇਹ ਸਾਰਾ ਉਹਨਾਂ ਦਾ ਹੀ
ਮਤਲਬ ਆਪਾਂ ਕਹਿ ਸਕਦੇ ਹਾਂ ਕਿ ਹਿੰਮਤ ਹੈ, ਜਿਸ ਸਦਕਾ ਇਹ ਹੁਸ਼ਿਆਰਪੁਰ ਨੂੰ ਇਹ ਚੀਜ਼ਾਂ ਅਵੇਲੇਬਲ ਹੋਈਆਂ ਨੇ। ਰਾਏ ਸਾਹਿਬ, ਤੁਸੀਂ ਗੱਲ ਕੀਤੀ ਵਿਕਾਸ ਦੀ, ਤਰੱਕੀ ਦੀ, ਹਨੇਰੀ ਦੀ, ਤੇ ਮੰਤਰੀ ਪਦ ਤੋਂ ਉਹਨਾਂ ਨੂੰ ਕਿਉਂ ਜਿਹੜਾ ਹੈ ਖੁੰਝਣਾ ਪੈ ਗਿਆ? ਉਹ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਹਾਈ ਕਮਾਂਡ ਦਾ ਫੈਸਲਾ ਹੈ। ਅਸੀਂ ਉਹਦੇ ਵਿੱਚ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ, ਬਟ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਇੱਕ ਬੰਦਾ ਜਿੱਥੇ ਸੇਵਾਵਾਂ ਨਿਭਾ ਰਿਹਾ ਹੁੰਦਾ, ਪਾਰਟੀ ਨੂੰ ਲੱਗਦਾ ਹੁੰਦਾ ਕਿ ਇਸ ਤੋਂ ਉੱਪਰ ਕੁਝ ਬੈਟਰ ਸੇਵਾਵਾਂ ਦੇਣ ਲਈ ਇਹਨਾਂ ਨੂੰ ਹੋ ਸਕਦਾ ਉਸ ਚੀਜ਼ ਲਈ ਉਹਨਾਂ ਨੂੰ ਫਾਰਿਗ ਕੀਤਾ ਗਿਆ ਹੋਵੇ ਕਿ ਕੁਝ ਹੋਰ ਉਹਨਾਂ ਨੂੰ ਕਿਸੇ ਵੱਡੇ ਮੁੱਦੇ ਦੇ ਉੱਤੇ ਜਾਂ ਕਿਸੇ ਵੱਡੇ ਕੰਮ ਵਾਸਤੇ ਉਹਨਾਂ ਦੀ ਜ਼ਰੂਰਤ ਹੋਵੇ ਪਾਰਟੀ ਨੂੰ। ਹਾਈ ਕਮਾਂਡ ਦੀ ਗੱਲ ਕੀਤੀ। ਹਾਈ ਕਮਾਂਡ ਦੇ ਵਿੱਚ ਇਸ ਵੇਲੇ ਚਰਨਜੀਤ ਚੰਨੀ ਛਾਏ ਪਏ ਨੇ ਪੰਜਾਬ ਦੀ ਸਿਆਸਤ ਦੇ ਉੱਤੇ। ਹਾਲਾਂਕਿ ਵਿਰੋਧੀ ਜਿਹੜੇ ਨੇ ਉਹ ਵੱਖ-ਵੱਖ ਜਿਹੜੇ ਉਹਨਾਂ 'ਤੇ ਇਲਜ਼ਾਮਾਤ ਜਾਂ ਉਹਨਾਂ 'ਤੇ ਦੋਸ਼ ਵੀ ਕੰਮਾਂ ਦੇ ਵਿੱਚ ਕੱਢ ਰਹੇ ਨੇ। ਠੀਕ ਆ, ਲੋਕਤੰਤਰ ਹੈ, ਉਹਨਾਂ ਦਾ ਆਪਣਾ ਕੰਮ ਹੈ। ਚੰਨੀ ਸਾਹਿਬ ਦੇ ਕੰਮ ਨੂੰ ਕਿਵੇਂ ਦੇਖਦੇ ਹੋ? ਕਾਂਗਰਸ ਵਿੱਚ ਰਹਿੰਦੇ ਆ। ਕਹਿਣੇ ਵਾਲੇ ਨੇ ਕਹੀ ਜਾਣਾ ਜੀ, ਕਰਨੇ ਵਾਲੇ ਨੇ ਆਪਣੇ ਕੰਮ ਕਰੀ ਜਾਣੇ ਆ। ਠੀਕ ਹੈ ਨਾ ਜੀ। ਉਹ ਕਹਿੰਦੇ ਹੁੰਦੇ ਨਾ ਕਿ ਗੱਲਾਂ ਕਰਨੇ ਵਾਲਿਆਂ ਨੇ ਗੱਲਾਂ ਕਰੀ ਜਾਣੀਆਂ, ਤੇ ਜਿਹਨੇ ਕੰਮ ਕਰਨੇ ਆ ਉਹਨੇ ਚੁੱਪ ਚੁਪੀਤੇ ਆਪਣੇ ਕੰਮ ਕਰੀ ਜਾਣੇ। ਕੰਮ ਕਿਹੜੇ ਕੰਮ ਸਮਝਦੇ ਉਹਨਾਂ ਨੇ ਜਿਹੜੇ ਮਹਾਨ ਕੰਮ ਕਰ ਦਿੱਤੇ? ਕਿਉਂਕਿ ਕਾਂਗਰਸ ਵੱਲੋਂ ਉਹਨਾਂ ਦੇ ਇੱਕ ਕੋਈ ਫੈਸਲਾ ਲੈਂਦੇ ਤਾਂ ਉਸ ਨੂੰ ਬੜੇ ਵੱਡੇ ਪੱਧਰ 'ਤੇ ਪ੍ਰਚਾਰਿਆ ਜਾਂਦਾ ਕਿ ਕਰ ਦਿੱਤਾ। ਜ਼ਮੀਨੀ ਪੱਧਰ 'ਤੇ ਕਿਹੜਾ ਕੰਮ ਜਿਹੜਾ ਉਹਨਾਂ ਦਾ ਬੈਸਟ ਮੰਨਦੇ ਹੋ, ਜਾਂ ਕਿਹੜੇ ਫੈਸਲਿਆਂ ਨੂੰ ਚੰਗਾ ਸਮਝਦੇ ਹੋ ਜਿਹੜੇ ਸਿੱਧੇ ਮੱਧ ਵਰਗ ਨਾਲ, ਗਰੀਬ ਵਰਗ ਨਾਲ ਜੁੜੇ ਹੋਣ, ਉਹਨਾਂ ਦਾ ਲਾਭ ਹੁੰਦਾ ਹੋਵੇ? ਚਲੋ ਦੇਖੋ, ਗਰੀਬ ਵਰਗ ਨੂੰ ਕਿਤੇ ਨਾ ਕਿਤੇ ਕੁਝ ਛੋਟਸ ਵੀ ਸਰਕਾਰ ਵੱਲੋਂ ਦਿੱਤੀਆਂ ਗਈਆਂ ਵਾ। ਹਾਲੇ ਤਾਂ ਸ਼ੁਰੂਆਤ ਹੈ, ਕਿਉਂਕਿ ਜਦੋਂ ਕੋਈ ਵੀ ਨਵਾਂ ਕੈਂਡੀਡੇਟ ਆਉਂਦਾ ਹੈਗਾ, ਚੰਨੀ ਜੀ ਜਸਟ ਨਿਊ ਟੂ ਸੀਐਮ ਪੋਸਟ ਹੈ ਨਾ। ਤੇ ਮੈਂ ਸਵੇਰੇ ਇੱਕ ਦਰਸ਼ਕ ਦਾ ਕਮੈਂਟ ਪੜ੍ਹ ਰਿਹਾ ਸੀ ਕਿਸੇ ਚੈਨਲ ਦੇ ਹੇਠਾਂ, ਇੱਕ ਬਹੁਤ ਵਧੀਆ ਕਮੈਂਟ ਲੱਗਾ ਮੈਨੂੰ ਸਵੇਰੇ ਅੱਜ। ਉਹ ਕਹਿ ਰਹੇ ਕਿ ਜਿਹੜਾ ਵੀ ਬੰਦਾ ਕੋਈ ਵੀ ਸਿਆਸਤ ਵਿੱਚ ਆਉਂਦਾ ਆ ਤੇ ਉਹਦੇ ਤੋਂ ਜਦੋਂ ਸਵਾਲ ਕਰਦੀਆਂ ਵਿਰੋਧੀ ਪਾਰਟੀਆਂ, ਕਰਨੇ ਚਾਹੀਦੇ ਵੀ ਨੇ ਸਵਾਲ, ਜੇ ਕਰਨ ਦੀ ਮਾਦਾ ਹੀ ਖਤਮ ਹੋ ਜਾਏਗਾ ਤਾਂ ਕੌਣ ਕੰਮ ਕਰੇਗਾ, ਕੌਣ ਤਰਕ ਕਰੇਗਾ, ਤੰਜ ਕੌਣ ਕਰੇਗਾ? ਪਰ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਵੀ ਸਿਆਸਤ ਦੇ ਵਿੱਚ ਆਉਂਦਾ ਉਹ ਆ ਕੇ ਇਹੀ ਕਹਿੰਦਾ ਜੀ ਮੈਨੂੰ ਤਾਂ ਸਮਾਂ ਬਹੁਤ ਥੋੜ੍ਹਾ ਮਿਲਿਆ, ਮੈਂ ਇੰਨੇ ਥੋੜ੍ਹੇ ਸਮੇਂ ਵਿੱਚ ਕੀ ਬਦਲਾਵ ਕਰ ਲਵਾਂ। ਤੇ ਜਿਹੜੀਆਂ ਅਖੀਰਲੀਆਂ ਲਾਈਨਾਂ ਜਿਨ੍ਹਾਂ ਨੇ ਦਿਲ ਛੂਹ ਲਿਆ, ਉਹ ਕਹਿੰਦਾ ਜੀ ਸਾਡੇ ਪੁਰਖੇ ਵੀ ਇਹ ਗੱਲਾਂ ਸੁਣਦੇ ਚਲੇ ਗਏ ਤੇ ਸ਼ਾਇਦ ਅਸੀਂ ਵੀ ਇੱਦਾਂ ਹੀ ਚੱਲ ਜਾਣਾ ਵੀ ਇੰਨੇ ਥੋੜ੍ਹੇ ਸਮੇਂ ਵਿੱਚ ਕੀ ਕਰ ਲਈਏ, ਥੋੜ੍ਹੇ ਸਮੇਂ ਵਿੱਚ ਕੀ ਕਰ ਲਈਏ, ਜਦ ਕਿ ਕਾਂਗਰਸ ਕੋਈ ਕੱਲ੍ਹ ਦੀ ਪਾਰਟੀ ਨਹੀਂ ਹੈ। ਬਟ ਫਰਕ ਇਹ ਹੈ ਕਿ ਚੰਨੀ ਦੀ ਜੀਆਂ ਵਰਡਿੰਗਸ ਦੇ ਵਿੱਚ ਕੁਝ ਚੇਂਜ ਹੈ। ਉਹ ਇਹ ਕਹਿ ਰਹੇ ਨੇ ਕਿ ਜੇ ਸਮਾਂ ਥੋੜ੍ਹਾ ਵੀ ਮਿਲਿਆ ਹੈ ਨਾ ਤਾਂ ਅਸੀਂ ਬਹੁਤਾ ਕਰਕੇ ਦਿਖਾਵਾਂਗੇ। ਠੀਕ ਹੈ। ਹਕੀਕਤ ਤੇ ਦੇਖੀਏ, ਮਾਫੀਆ ਰਾਜ ਹੈ, ਸਰਕਾਰੀ ਹਸਪਤਾਲਾਂ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ, ਡੇਂਗੂ ਦਾ ਹਾਲ, ਜੇ ਆਪਣੇ ਹੁਸ਼ਿਆਰਪੁਰ ਦੀ ਵੀ ਗੱਲ ਕਰ ਲਈਏ ਤਾਂ ਵਿਵਾਦਾਂ ਦੇ ਵਿੱਚ ਅਕਸਰ ਰਹਿੰਦਾ ਸਰਕਾਰੀ ਹਸਪਤਾਲ। ਡੇਂਗੂ ਦੇ ਵਿੱਚ ਵੀ ਦੇਖਿਆ ਹੋਣਾ, ਤੁਸੀਂ ਪੜ੍ਹਿਆ ਸੁਣਿਆ ਵੀ ਹੋਣਾ ਅਖਬਾਰਾਂ ਦੇ ਵਿੱਚ, ਹੈਡਲਾਈਨਸ ਸੁਰਖੀਆਂ ਬਣਿਆ, ਇੱਕ ਬਿਸਤਰੇ ਦੇ ਉੱਤੇ ਦੋ ਮਰੀਜ਼। ਕਿੱਦਾਂ ਦੇਖਦੇ ਹੋ ਚੰਨੀ, ਜਿਹੜੇ ਸਿੱਧੇ ਲੋਕਾਂ ਨਾਲ ਜੁੜੇ ਮੁੱਦੇ ਆ, ਚੰਨੀ ਸਾਹਿਬ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ? ਉੱਪਰ ਹਵਾਈ ਗੱਲਾਂ ਨਹੀਂ ਸਮਝਦੇ ਤੁਸੀਂ ਉਹਨਾਂ ਦੇ ਜਿਹੜੇ ਫੈਸਲੇ ਲਏ ਜਾ ਰਹੇ? ਨਹੀਂ ਦੇਖੋ, ਇਸ ਵੇਲੇ ਸਰਕਾਰ ਜੋ ਵੀ ਕਰ ਰਹੀ ਹੈ ਉਹ ਕੋਈ ਹਵਾ ਦੇ ਵਿੱਚ ਗੱਲਾਂ ਨਹੀਂ ਹੋ ਰਹੀਆਂ। ਬਿੱਲਾਂ ਨੂੰ ਮਾਫ ਕਰਨਾ ਕੋਈ ਹਵਾ ਦੇ ਵਿੱਚ ਨਹੀਂ ਹੋਇਆ ਹੈਗਾ। ਪਾਣੀ ਦੇ ਬਿਲਸ ਨੂੰ ਮਾਫ ਕਰਨਾ ਕੋਈ ਹਵਾ ਦੇ ਵਿੱਚ ਨਹੀਂ ਹੋਇਆ ਹੈਗਾ। ਇਹਦੇ ਰਿਜ਼ਲਟਸ ਆਉਣੇ ਸ਼ੁਰੂ ਹੋ ਗਏ ਆ ਔਰ ਸਾਹਮਣੇ ਆਏ ਆ। ਔਰ ਜੇ ਅਸੀਂ ਗੱਲ ਕਰੀਏ ਕਿ ਕਿਸੇ ਬਿਮਾਰੀ ਦੀ ਜਾਂ ਕੋਵਿਡ ਦੇ ਦੌਰਾਨ ਦੀ, ਆਪਾਂ ਪਿਛਲਾ ਲੈ ਲਈਏ ਕੋਵਿਡ ਦਾ ਦੌਰ, ਤਾਂ ਹੁਸ਼ਿਆਰਪੁਰ ਦੇ ਵਿੱਚ ਅਸੀਂ ਖੁਦ ਮਤਲਬ ਘਰਾਂ ਤੱਕ ਅਪਰੋਚ ਕੀਤੀ ਹੈ। ਮੈਂ ਖੁਦ ਬਾਰਡਰ ਏਰੀਏ ਦੇ ਵਿੱਚ ਮੇਰੀ ਡਿਊਟੀ ਸੀਗੀ, ਅਸੀਂ ਖੁਦ ਘਰ ਅਸੀਂ ਰਾਸ਼ਨ ਪਹੁੰਚਾਉਂਦੇ ਰਹੇ ਹਾਂ। ਬਾਰਡਰ ਏਰੀਏ ਦੇ ਪਿੰਡਾਂ ਦਾ ਹਾਲ ਦੇਖਿਆ ਵਾ, ਬਹੁਤ ਬੁਰਾ ਸੀਗਾ। ਬਟ ਅਸੀਂ ਫਿਰ ਵੀ ਮਤਲਬ ਲੋਕਾਂ ਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ। ਜਿੱਥੇ ਤੱਕ ਅਸੀਂ ਬਹੁਤ ਵੱਡੇ ਨਹੀਂ ਹੈਗੇ, ਬਟ ਜਿੱਥੇ ਤੱਕ ਸਾਡੀ ਹਿੰਮਤ ਸੀ ਅਸੀਂ ਉਸ ਤੋਂ ਵੀ ਬਾਹਰ ਜਾ ਕੇ, ਚਾਹੇ ਕਿਸੇ ਤੋਂ ਮੰਗ ਕੇ ਕੀਤਾ ਜਾਂ ਕਵਰ ਕੀਤਾ, ਕੁਝ ਸੰਸਥਾਵਾਂ ਨਾਲ ਰਲ ਕੇ ਕੀਤਾ, ਜਿਸ ਤਰ੍ਹਾਂ ਮਰਜ਼ੀ ਕੀਤਾ, ਅਸੀਂ ਵੀ ਪਾਰਟੀ ਵਾਈਜ਼ ਤੋਂ ਉੱਠ ਕੇ ਮਤਲਬ ਇਹ ਚੀਜ਼ ਕੀਤੀ ਕਿ ਲੋਕਾਂ ਤੱਕ ਰਾਸ਼ਨ, ਦਵਾਈਆਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਠੀਕ। ਔਰ ਹੁਸ਼ਿਆਰਪੁਰ ਦੇ ਵਿੱਚ ਵੀ ਖੁੱਲ੍ਹੇ ਦਿਲ ਨਾਲ ਅਰੋੜਾ ਜੀ ਖੁਦ ਪਬਲਿਕ ਦੇ ਵਿੱਚ ਜਾਂਦੇ ਰਹੇ। ਲੋਕੀ ਕਹਿੰਦੇ ਸੀ ਇਨਫੈਕਸ਼ਨ ਹੈ, ਬਚੋ, ਸਾਈਡ ਹੋਵੋ, ਬਟ ਅਰੋੜਾ ਜੀ ਖੁਦ ਪਬਲਿਕ ਦੇ ਵਿੱਚ ਚਲੇ ਜਾਂਦੇ। ਮੈਂ ਖੁਦ 2-3 ਵਾਰੀ ਦੇਖਿਆ ਇਹਨਾਂ ਦੇ ਨਾਲ ਖੜ੍ਹ ਕੇ ਕਿ ਇਹ ਜਦੋਂ ਮਤਲਬ ਪਬਲਿਕ ਦੇ ਵਿੱਚ ਜਾਂਦੇ ਸੀਗੇ ਤਾਂ ਕੋਵਿਡ ਹੁੰਦੇ ਹੋਏ ਵੀ, ਇੰਨਾ ਰੌਲਾ ਪੈਂਦੇ ਹੋਏ ਵੀ ਇੰਨਾ ਡਰ ਸੀਗਾ, ਔਰ ਹਰ ਇੱਕ ਨੂੰ ਲੱਗਦਾ ਹੈ। ਪਰ ਵਿਰੋਧੀ ਤਾਂ ਕਹਿੰਦੇ ਜੀ ਇਹ ਤਾਂ ਕੋਈ ਕੰਮ ਤਾਂ ਮੰਤਰੀ ਸਾਹਿਬ, ਸਾਬਕਾ ਮੰਤਰੀ ਚਲੋ ਹੁਣ ਤਾਂ ਹੈਗੇ ਨੇ, ਉਹ ਕਹਿੰਦੇ ਵੀ ਇਹਨਾਂ ਨੇ ਕੰਮ ਤਾਂ ਕਰਦੇ ਹੀ ਨਹੀਂ ਹੈਗੇ ਜੀ, ਇਹ ਤਾਂ ਬਸ ਆਪਣੀਆਂ ਕੋਠੀਆਂ, ਮਹਿਲ, ਪੈਲਸ ਬਣਾ ਲਿਆ ਇਹਨਾਂ ਨੇ, ਆਪਣਾ ਬਣਾ ਲਿਆ, ਸਾਰਾ ਕੁਝ ਜੁਗਾੜ ਵਧੀਆ ਖੜਾ ਕਰ ਲਿਆ। ਕਿੱਦਾਂ ਦੇਖਦੇ ਹੋ? ਵਿਰੋਧੀਆਂ ਦੇ ਨਿਸ਼ਾਨੇ ਤੇ ਰਹਿੰਦੇ ਨੇ। ਬ੍ਰਹਮ ਸ਼ੰਕਰ ਜਿੰਪਾ ਜਿਹੜੇ ਨੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਮੰਨੇ ਜਾਂਦੇ ਨੇ, ਹਾਲੇ ਤੱਕ ਉਹਨਾਂ ਵੱਲੋਂ ਇਲਜ਼ਾਮ ਵੀ ਲਗਾਏ ਗਏ ਸੀ ਇੱਕ ਸਕੈਮ ਦੇ, ਘਪਲੇ ਦੇ, ਜ਼ਮੀਨ ਨੂੰ ਲੈ ਕੇ। ਕਿਵੇਂ ਦੇਖਦੇ ਹੋ? ਬ੍ਰਦਰ, ਜਦੋਂ ਵੀ ਕੋਈ ਵੱਡਾ ਕੰਮ ਕਰਦੇ ਆ ਨਾ ਤੇ ਓਪੋਜੀਸ਼ਨਾਂ ਨੇ ਬੋਲਣਾ ਹੀ ਹੁੰਦਾ। ਉਹਨਾਂ ਦਾ ਹੱਕ ਹੈ ਬੋਲਣਾ, ਉਹਨਾਂ ਨੇ ਬੋਲੀ ਜਾਣਾ। ਸਾਡਾ ਕੰਮ ਹੈ ਕੰਮ ਕਰਨਾ, ਅਸੀਂ ਕੰਮ ਕਰੀ ਜਾਣਾ। ਠੀਕ ਹੈ ਨਾ ਜੀ। 22 ਦੇ ਇਲੈਕਸ਼ਨ 'ਚ ਆਪਣੇ ਆਪ ਡਿਕਲੇਅਰ ਹੋ ਜਾਣਾ ਕਿ ਕੰਮ ਹੋਏ ਆ ਜਾਂ ਨਹੀਂ ਹੋਏ। ਜੇ ਪਬਲਿਕ ਨੂੰ ਲੱਗੇਗਾ ਕਿ ਕੰਮ ਹੋਏ ਆ ਤਾਂ ਨੈਚੁਰਲੀ ਇਹ ਵੋਟ ਪਏਗੀ। ਜੇ ਨਹੀਂ ਲੱਗੇਗਾ ਕਿ ਕੰਮ ਨਹੀਂ ਹੋਏ ਤਾਂ ਵੋਟ ਨਹੀਂ ਪਏਗੀ। ਬਿਕੋਜ਼ ਕਿ ਲੋਕਤੰਤਰ ਹੈ, ਜਨਤਾ ਦੇ ਹੱਥ ਦੇ ਵਿੱਚ ਸਭ ਕੁਝ। ਇਹਨਾਂ ਵਿਰੋਧੀਆਂ ਦੇ ਹੱਥ ਦੇ ਵਿੱਚ ਤਾਂ ਕੁਝ ਨਹੀਂ ਹੈ ਨਾ। ਮੇਰੇ ਕਹਿਣ ਨਾਲ ਆਮ ਆਦਮੀ ਪਾਰਟੀ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ। ਆਮ ਆਦਮੀ ਪਾਰਟੀ ਦੇ ਕਹਿਣ ਨਾਲ ਮੇਰਾ ਜਾਂ ਮੇਰੀ ਪਾਰਟੀ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ। ਠੀਕ ਹੈ ਨਾ। ਜਨਤਾ ਕਹਿੰਦੀ ਹੈ, ਜਨਤਾ ਜਦੋਂ ਦਿਖਾਉਂਦੀ ਹੈ ਨਾ ਕਿ ਬੈਲਟ ਬਾਕਸ 'ਚੋਂ ਕੀ ਨਿਕਲਦਾ, ਉਦੋਂ ਪਤਾ ਲੱਗਦਾ ਕਿ ਕੀ ਹੋਇਆ। ਠੀਕ ਹੈ ਨਾ। ਕੰਮ ਹੋਏ ਸੀ ਜਾਂ ਨਹੀਂ ਹੋਏ ਸੀ, ਉਹ ਬੈਲਟ ਬਾਕਸ ਦੱਸੇਗਾ।
ਤੇ ਬਾਕੀ ਬਾਹਰ ਨਿਕਲੋ, ਆਪਣੇ ਆਪ ਪਤਾ ਲੱਗਦਾ ਕਿ ਕੰਮ ਹੋਏ ਆ ਜਾਂ ਨਹੀਂ ਹੋਏ। ਮੈਂ ਫਿਰ ਉਸੇ ਗੱਲ ਤੇ ਉਸੇ ਸਵਾਲ ਤੇ ਆ ਜਾਵਾਂ ਕਿ ਜਿੱਦਾਂ ਸਿੱਖਿਆ ਦੀ ਪ੍ਰਣਾਲੀ ਆ ਸਾਡੀ, ਸਭ ਨੂੰ ਪਤਾ ਹੈ ਕਿ ਸਿੱਖਿਆ ਬੜੀ ਮਹਿੰਗੀ, ਕਿਸੇ ਨੇ ਉੱਚ ਸਿੱਖਿਆ ਹਾਸਲ ਕਰਨੀ ਹੈ 12ਵੀਂ ਤੋਂ ਬਾਅਦ, BA ਤੋਂ ਬਾਅਦ, ਗ੍ਰੈਜੂਏਸ਼ਨ ਤੋਂ ਬਾਅਦ, ਉਹ ਬੜੀ ਮਹਿੰਗੀ ਹੈ। ਕਈ ਵਾਰੀ ਵਿਵਾਦ ਜਿਹੜੇ ਨੇ, ਕਈ ਵਾਰੀ ਕਮੀਆਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਵਿਦਿਅਕ ਅਦਾਰਿਆਂ ਦੀਆਂ। ਸਿਹਤ ਮਹਿਕਮੇ ਦੀ ਗੱਲ ਕਰ ਲਈਏ, ਮਾਫੀਆ ਰਾਜ ਦੀ ਗੱਲ ਕਰ ਲਈਏ, ਨਸ਼ਿਆਂ ਦੀ ਗੱਲ ਕਰ ਲਈਏ, ਉਹਦੇ 'ਤੇ ਸਿੱਧਾ ਐਕਸ਼ਨ ਹਾਲੇ ਤੱਕ ਕਿਤੇ ਨਹੀਂ ਦਿਖਾਈ ਦਿੰਦਾ। ਇਹ ਫਰੀ ਵਾਲੀਆਂ ਗੱਲਾਂ ਤੁਸੀਂ ਠੀਕ ਹੈ ਕਹਿਤਾ ਕਿ ਲੋਕ ਇਹਨੂੰ ਲੋਲੀਪੌਪ ਵੀ ਸਮਝਦੇ ਅੱਜ ਕੱਲ੍ਹ, ਵੀ ਚੋਣਾਂ ਆ ਗਈਆਂ, ਫਰੀ ਬਿਜਲੀ ਦੇ ਦਿਆਂਗੇ, ਫਰੀ ਖੰਡ ਦੇ ਦਿਆਂਗੇ, ਪੱਤੀ ਦੇ ਦਿਆਂਗੇ, ਲੂਣ ਦੇ ਦਿਆਂਗੇ। ਫਰੀ ਵਾਲੇ ਲੋਲੀਪੌਪ ਕਿਉਂ, ਲੋਕਾਂ ਨੂੰ ਉਸ ਕਾਬਲ ਕਿਉਂ ਨਹੀਂ ਬਣਾਉਣ ਵੱਲ ਕਦਮ ਚੁੱਕੇ ਜਾਂਦੇ ਕਿ ਲੋਕ ਫਰੀ ਵਾਲੇ ਪਾਸੇ ਜਾਣ ਹੀ ਨਾ। ਤੁਸੀਂ ਇੱਕ ਚੀਜ਼ ਸ਼ਾਇਦ ਨੋਟ ਨਹੀਂ ਕੀਤੀ ਕਿ ਜਿਹੜਾ ਫਰੀ ਵਾਲਾ ਕੰਮ ਹੈ ਨਾ, ਉਹਦੇ ਅਸੀਂ ਵੀ ਅਪੋਜ਼ਿਟ ਹਾਂ, ਮੈਂ ਖੁਦ ਉਸ ਦੇ ਖਿਲਾਫ ਹਾਂ। ਬਟ ਜਿਹੜੀ ਕਿਸੇ ਗਰੀਬ ਦੀ ਸਪੋਰਟ ਕਰਨਾ ਔਰ ਕਾਸਟਿਜ਼ਮ ਤੋਂ ਉੱਪਰ ਉੱਠ ਕੇ ਕਰਨਾ, ਕਿਸੇ ਜਾਤ ਪਾਤ ਨੂੰ ਨਾ ਲੈ ਕੇ ਕਰਨਾ, ਹੈ ਨਾ, ਉਹ ਚੀਜ਼ ਪਹਿਲੀ ਵਾਰੀ ਕੀਤੀ ਹੈ ਚੰਨੀ ਜੀ ਨੇ। ਜਿਹੜੇ ਬਿਜਲੀ ਦੇ ਬਿਲਸ ਦਾ ਜਾਂ ਪਾਣੀ ਦੇ ਬਿਲਸ ਦਾ ਕੀਤਾ, ਉਹ ਸਾਰੀ ਪਬਲਿਕ ਨੂੰ ਦਿੱਤਾ ਗਿਆ ਬੈਨੀਫਿਟ ਹੈ, ਰਾਈਟ ਹੈ ਨਾ। ਉਹਦੇ ਨਾਲ ਕਿਤੇ ਨਾ ਕਿਤੇ ਕਿਸੇ ਨੂੰ ਸਾਹ ਆਉਂਦਾ, ਬਿਕੋਜ਼ ਕਿ ਕੋਵਿਡ ਦੇ ਦੌਰਾਨ ਵੀ ਜੋ ਹਾਲਾਤ ਰਹੇ ਆ, ਲੋਕਾਂ ਦੇ ਕਾਰੋਬਾਰ ਠੱਪ ਸੀਗੇ। ਸਾਡਾ ਆਪਣਾ 15-20 ਲੱਖ ਦਾ ਨੁਕਸਾਨ, ਅਸੀਂ ਲੋਕ ਖੁਦ, ਸਾਡਾ ਗ੍ਰਾਫ ਜਿਹੜਾ ਹੈਗਾ 15-20 ਲੱਖ ਤੋਂ ਜ਼ਿਆਦਾ ਦਾ ਥੱਲੇ ਆਇਆ ਵਾ। ਅਸੀਂ ਅਗਰ ਸਹੀ ਫਿਗਰਸ ਨੂੰ ਕੈਲਕੂਲੇਟ ਕਰੀਏ ਤਾਂ ਕਾਫੀ ਥੱਲੇ ਆ, ਠੀਕ ਹੈ। ਬਟ ਉਹਦੇ ਵਿੱਚ ਇਹ ਹੈ ਨਾ ਕਿ ਜੇ ਹੁਣ ਅਸੀਂ ਗੱਲ ਕਰੀਏ ਇੰਡਸਟਰੀ ਦੀ, ਕੰਮ ਦੀ, ਕਾਰੋਬਾਰ ਦੀ, ਤਾਂ ਕੋਵਿਡ ਦੇ ਦੌਰਾਨ ਇੰਨੇ ਡਾਊਨ ਆਏ ਵੀ ਆ, ਬਟ ਫਿਰ ਵੀ ਚੱਕਿਆ ਤਾਂ ਉਹਨੂੰ ਜਾ ਰਿਹਾ ਨਾ। ਮਿਡਲ ਮੈਨ ਨੂੰ ਚੱਕਣ ਦੀ ਕੋਸ਼ਿਸ਼ ਤਾਂ ਕੀਤੀ ਹੈ ਨਾ। ਮਿਡਲ ਮੈਨ ਨੂੰ ਕਿਤੇ ਨਾ ਕਿਤੇ ਅਸੀਂ ਪੰਜਾਬ ਦੇ ਵਿੱਚ ਹਾਈਪ ਤਾਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ ਕਿ ਕਾਰੋਬਾਰ ਚਲਾਓ ਜੀ, ਅਸੀਂ ਤੁਹਾਡੇ ਨਾਲ ਹਾਂ। ਬਿਜਲੀ ਪੰਜਾਬ ਵਿੱਚ ਕਿਉਂਕਿ ਡੈਮ ਸਾਡੇ ਨੇੜੇ ਆ, ਪੰਜਾਬ ਦੇ ਨਾਲ ਲੱਗਦੇ ਨੇ, ਇੱਥੇ ਪੈਦਾ ਹੋ ਕੇ ਇੱਥੋਂ ਹੀ ਪਾਣੀ ਜਾਂਦਾ ਅੱਗੇ। ਬਿਜਲੀ ਫਿਰ ਇੱਥੇ ਮਹਿੰਗੀ ਆ, ਪੈਟਰੋਲ ਡੀਜ਼ਲ ਦੇ ਉੱਤੇ ਟੈਕਸ ਵੀ ਜਿਹੜਾ ਆ ਉਹ ਵੀ ਸਭ ਕਿਸੇ ਤੋਂ ਲੁਕਿਆ ਨਹੀਂ ਹੈਗਾ। ਮਹਿੰਗਾਈ ਜਿਹੜੀ ਹੈ, ਚਾਹੇ ਸੈਂਟਰ ਦੀ ਸਰਕਾਰ ਜਿਹੜੀ ਉਹ ਰਾਜਾਂ ਦੇ ਉੱਤੇ ਗੱਲ ਸੁੱਟ ਦਿੰਦੀ ਹੈ, ਰਾਜ ਜਿਹੜੇ ਨੇ ਉਹ ਸਟੇਟ ਦੇ ਸੈਂਟਰ 'ਤੇ ਗੱਲ ਸੁੱਟ ਦਿੰਦੇ ਨੇ ਕਿ ਉਹਨਾਂ ਕਰਕੇ ਆ, ਉਹ ਕਹਿੰਦੇ ਉਹਨਾਂ ਨੇ ਟੈਕਸ ਘਟਾ ਸਕਦੇ। ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਕਿਵੇਂ ਮਿਲੇ, ਮਸਲਾ ਤਾਂ ਇਹ ਆ, ਲੋਕਾਂ ਨੂੰ ਕਿੱਦਾਂ ਪਤਾ ਲੱਗੇ। ਦੇਖੋ, ਕੁਝ ਮੁੱਦੇ ਹੁੰਦੇ ਆ ਜਿਹੜੇ ਅਗਰ ਸੈਂਟਰ ਸਪੋਰਟ ਨਹੀਂ ਕਰਦਾ ਤਾਂ ਉਹ ਬਹੁਤ ਟਫ ਹੈ। ਮੈਂ ਕੱਲ੍ਹ ਇੱਕ ਜਗ੍ਹਾ ਪੜ੍ਹ ਰਿਹਾ ਸੀਗਾ ਕਿ ਇੱਕ ਏਅਰਕ੍ਰਾਫਟ ਦੇ ਤੇਲ ਨਾਲੋਂ, ਆਇਲ ਨਾਲੋਂ ਇਸ ਵੇਲੇ ਪੈਟਰੋਲ ਜਨਤਾ ਲਈ ਮਹਿੰਗਾ ਆ। ਤਾਂ ਕਿਆ ਸੈਂਟਰ ਦੀ ਸੋਚ 'ਚ ਨਹੀਂ ਆ ਰਿਹਾ? ਇਸ ਵੇਲੇ ਤਾਂ ਕਰੂਡ ਆਇਲ ਵੀ ਥੱਲੇ ਆ। ਜਦੋਂ ਪਿੱਛੇ ਜੇ ਮੈਂ ਇੱਕ ਚੀਜ਼ ਕੱਢ ਰਿਹਾ ਸੀਗਾ, ਮੈਂ ਸ਼ਾਇਦ ਮੀਡੀਆ ਦੇ ਵਿੱਚ ਕਹੀ ਵੀ ਸੀਗੀ ਕਿ ਜਦੋਂ ਕਰੂਡ ਆਇਲ 100+ ਹੋ ਗਿਆ ਸੀ, ਜਦੋਂ ਖਾੜੀ ਦੇ ਪ੍ਰੋਬਲਮਸ ਚੱਲ ਰਹੀਆਂ ਸੀ, ਕੁਛ ਇਰਾਕ ਦੀ ਲੜਾਈ ਵਗੈਰਾ ਦਾ ਚੱਕਰ ਸੀਗਾ, ਉਦੋਂ ਇਹਨਾਂ ਨੇ ਆਇਲ ਪਾਈਪਸ ਵਗੈਰਾ ਬੰਦ ਕੀਤੀਆਂ ਸੀ। ਉਸ ਵੇਲੇ ਕਾਫੀ ਕਰੂਡ ਆਇਲ ਰੇਟ ਅਪ ਹੋ ਗਿਆ ਸੀ। ਬਟ ਸੈਂਟਰ 'ਚ ਕਾਂਗਰਸ ਸਰਕਾਰ ਸੀਗੀ ਤਾਂ ਮਨਮੋਹਨ ਸਿੰਘ ਹੁਣਾਂ ਨੇ ਰੇਟ ਚੜ੍ਹਨ ਨਹੀਂ ਦਿੱਤੇ, ਠੀਕ ਹੈ। ਸਬਸਿਡੀ ਰੱਖੀ ਜਾਂ ਜੋ ਵੀ ਕੀਤਾ, ਜਿਸ ਤਰ੍ਹਾਂ ਵੀ ਰੱਖਿਆ, ਕੰਟਰੋਲ 'ਚ ਰੱਖਣ ਦੀ ਕੋਸ਼ਿਸ਼ ਕੀਤੀ। ਭਾਵੇਂ ਉਹਨੂੰ ਰਿਡਿਊਸ ਕੀਤਾ ਜਾਂ ਕਿਸੇ ਵੀ ਤਰ੍ਹਾਂ ਉਹਨਾਂ ਨੇ ਬਾਈਪਾਸ ਕੀਤਾ, ਕੁਛ ਵੀ ਕੀਤਾ, ਦੇ ਕੈਨ ਹੈਂਡਲ। ਬਟ ਹੁਣ ਕੀ ਹੋ ਰਿਹਾ ਵਾ, ਪਿਛਲੇ ਲਗਾਤਾਰ ਮੈਂ 6-7 ਮਹੀਨਿਆਂ ਤੋਂ 1 ਸਾਲ ਤੋਂ ਦੇਖ ਰਿਹਾ ਵਾਂ, ਦੇਸ਼ ਕੋਵਿਡ ਦੇ ਦੌਰਾਨ ਥੱਲੇ ਜਾ ਰਿਹਾ ਵਾ। ਲੋਕਾਂ ਨੂੰ ਸਪੋਰਟ ਦੀ ਲੋੜ ਹੈ, ਕਾਰੋਬਾਰ ਨੂੰ ਸਪੋਰਟ ਦੀ ਲੋੜ ਹੈ। ਤੁਸੀਂ ਮੇਰੇ ਨਾਲ ਪੈਟਰੋਲ ਦੀ ਗੱਲ ਕੀਤੀ ਹੈ, ਬਹੁਤ ਅੱਛੀ ਗੱਲ ਕੀਤੀ। ਮੈਂ ਖੁਦ ਇਸ ਟੌਪਿਕ 'ਤੇ ਬੋਲਣਾ ਚਾਹੁੰਦਾ ਸੀ। ਇਹ ਟੋਟਲੀ ਸੈਂਟਰ ਨਾਲ ਇਨਵੋਲਵਡ ਮੁੱਦਾ ਹੈ, ਠੀਕ ਹੈ। ਪੈਟਰੋਲ ਦੇ ਰੇਟਸ ਅਸੀਂ ਪੰਜਾਬ ਸਰਕਾਰ ਨਹੀਂ ਤੈਅ ਕਰਦੀ ਜਾਂ ਕੋਈ ਵੀ ਸਟੇਟ ਨਹੀਂ ਤੈਅ ਕਰਦੀ। ਉਹਦੇ 'ਤੇ ਟੈਕਸ ਤਾਂ ਘੱਟ ਕੀਤਾ ਜਾ ਸਕਦਾ। ਸਟੇਟ ਤਾਂ ਸਿਰਫ ਆਪਣਾ ਟੈਕਸ ਲਾਉਂਦੀ ਹੈ, ਠੀਕ ਹੈ ਨਾ ਜੀ। ਉਹਦੇ ਉੱਤੇ ਵੀ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ। ਬਟ ਮੈਂ ਪਹਿਲਾਂ ਤੁਹਾਨੂੰ ਬੇਸਿਕਸ 'ਤੇ ਦੱਸਣਾ ਚਾਹੁੰਦਾ ਕਿ ਅਗਰ ਕਰੂਡ ਆਇਲ ਇਸ ਵੇਲੇ ਇੰਨਾ ਘੱਟ ਰੇਟ 'ਤੇ ਮਿਲ ਰਿਹਾ ਵਾ, ਬਟ ਫਿਰ ਵੀ ਪੈਟਰੋਲ ਡੀਜ਼ਲ ਡੇਲੀ ਕਿਉਂ ਵੱਧ ਰਿਹਾ ਵਾ? ਇਹਨਾਂ ਨੇ ਗੈਸ ਦਾ ਕਿਹਾ ਕਿ ਸਬਸਿਡੀ ਆਊਗੀ ਜੀ, ਸਬਸਿਡੀ ਖਾਤਿਆਂ ਦੇ ਵਿੱਚ ਆਊਗੀ। ਉਹ ਖਾਤਿਆਂ 'ਚੋਂ ਕੀ ਹੋਇਆ? ਅੱਜ 1000 ਰੁਪਏ ਸਿਲੰਡਰ ਹੋ ਗਿਆ। ਮੇਰੇ ਖੁਦ ਦੇ ਖਾਤੇ ਦੇ ਵਿੱਚ ਪਿੱਛੇ ਜੇ 26 ਰੁਪਏ ਆਏ ਆ। ਕਿਆ ਇਹ ਮਜ਼ਾਕ ਹੈ? ਲੋਕਾਂ ਦੇ ਨਾਲ ਮਜ਼ਾਕ ਹੀ ਹੈ। 430 ਰੁਪਏ ਸਿਲੰਡਰ ਸੀਗਾ, ਉਹ 7 ਸਾਲ, ਜਿਹੜਾ 70 ਸਾਲਾਂ ਦੀ ਇਹ ਗੱਲ ਕਰਦੇ, ਜਿਹੜਾ 17 ਸਾਲਾਂ ਦੇ ਵਿੱਚ ਗੈਸ ਸਿਲੰਡਰ 430, 440 ਰੁਪਏ, 450 ਰੁਪਏ ਦੀ ਰੇਂਜ ਦੇ ਵਿੱਚ ਮਿਲਦਾ ਸੀਗਾ, ਉਹਨੂੰ ਇਹਨਾਂ ਨੇ ਚੱਕ ਕੇ ਇੱਕਦਮ 1 ਸਾਲ 1.5 ਸਾਲ ਦੇ ਵਿੱਚ ਹੁਣ ਇਮੀਡੀਏਟਲੀ 1000 ਰੁਪਏ ਤੇ ਲੈ ਗਏ। ਕਿਆ ਲੋਕਾਂ ਦੇ ਨਾਲ ਮਜ਼ਾਕ ਨਹੀਂ ਕਰ ਰਹੇ? ਇੱਕ ਮਿਡਲ ਕਲਾਸ ਮੈਨ ਜਿਹੜਾ 5-6 ਹਜ਼ਾਰ 7,000 ਰੁਪਏ ਕਮਾਉਂਦਾ ਪਿਆ, ਭਾਜੀ ਤੁਸੀਂ ਮੈਨੂੰ ਦੱਸੋ, ਉਹ ਸਿਲੰਡਰ ਤੁਸੀਂ ਪਰਚੇਸ ਕਰ ਲਓ, ਕਿੱਥੋਂ ਕਰੇਗਾ ਬੰਦਾ ਉਹ? ਪਰ ਜਿਹਦਾ 1000 ਰੁਪਏ ਦਾ ਖਰਚਾ ਮਹੀਨੇ ਦਾ ਬਰਡਨ ਪੈ ਗਿਆ, ਉਹ ਮੁੜ ਕੇ ਨੈਚੁਰਲੀ ਹੈ ਉਹ ਉਹੀ ਜਾਏਗਾ ਨਾ ਕਿ 250-300 ਕੁਇੰਟਲ ਦੀਆਂ ਲੱਕੜੀਆਂ ਲਿਆ ਕੇ ਮੈਂ ਘਰ ਦੇ ਵਿੱਚ ਅੱਗ ਵਾਲਾਂ ਔਰ ਚੁੱਲ੍ਹਾ ਵਾਲਾਂ ਤੇ ਫਿਰ ਮੁੜ ਕੇ ਪੋਲਿਊਸ਼ਨ ਹੋਏ, ਠੀਕ ਹੈ ਨਾ। ਇੱਕ ਪਾਸੇ ਅਸੀਂ ਪੋਲਿਊਸ਼ਨ ਕੰਟਰੋਲ ਕਰਨ ਦੀਆਂ ਗੱਲਾਂ ਕਰਦੇ, ਦੇਸ਼ ਨੂੰ ਅਸੀਂ ਮਤਲਬ ਲੇਡੀ ਨੂੰ ਮੋਹਰੇ ਲਿਆਉਣ ਦੀ ਕੋਸ਼ਿਸ਼ ਕਰਦੇ ਪਏ ਕਿ ਜੀ ਅਸੀਂ ਔਰਤ ਨੂੰ ਮੋਹਰੇ ਲੈ ਕੇ ਆਉਣਾ, ਔਰਤ ਸਮਾਜ ਨੂੰ ਅਸੀਂ ਬਰਾਬਰ ਦਾ ਦਰਜਾ ਦੇਣਾ, ਸਭ ਕੁਛ ਕਰਨਾ ਹੈ ਨਾ। ਇੱਕ ਲੇਡੀ ਜਿਹਨੇ ਘਰ ਚਲਾਉਣਾ, ਜਿਹਨੇ ਆਪਣਾ ਬਜਟ ਬਣਾਉਣਾ, ਅਗਰ ਉਹਦਾ ਹੀ ਬਜਟ ਵਿਗੜ ਗਿਆ
ਤਾਂ ਨੈਚੁਰਲੀ ਆ ਪੂਰੇ ਪਰਿਵਾਰ ਦਾ ਬਜਟ ਵਿਗੜ ਜਾਣਾ। ਪਰਿਵਾਰ ਦਾ ਵਿਗੜੇਗਾ ਤਾਂ ਪੂਰੇ ਸ਼ਹਿਰ ਦਾ ਵਿਗੜੇਗਾ, ਸਟੇਟ ਦਾ ਵਿਗੜੇਗਾ, ਪੰਜਾਬ ਪੂਰੇ ਦੇਸ਼ ਦਾ ਵਿਗੜੇਗਾ। ਠੀਕ ਹੈ ਨਾ। ਆਇਲ ਦੇ ਉੱਤੇ ਬਹੁਤ ਕੁਝ ਡਿਪੈਂਡ ਕਰਦਾ ਹੈ, ਬਟ ਇਹ ਕੰਟਰੋਲ ਹੀ ਨਹੀਂ ਕਰ ਪਾ ਰਹੇ। ਰਾਤ ਨੂੰ ਸੌਂਦਾ ਹੈ 90 ਰੁਪਏ 92 ਰੁਪਏ 50 ਪੈਸੇ ਡੀਜ਼ਲ ਹੈ, ਸਵੇਰ ਨੂੰ ਉੱਠੀਦਾ 93 ਰੁਪਏ ਆ, ਅੱਜ 95 ਰੁਪਏ 96 ਰੁਪਏ ਰੋਜ਼। ਮਤਲਬ ਇਟ ਇਜ਼ ਡੇਲੀ ਇਨਕਰੀਜ਼ਿੰਗ। ਇਹਨਾਂ ਦਾ ਕੋਈ ਕੰਟਰੋਲ ਹੀ ਨਹੀਂ ਹੈਗਾ, ਜਦ ਕਿ ਕਰੂਡ ਆਇਲ ਤਾਂ ਬਹੁਤ ਥੱਲੇ ਆ ਇਸ ਵੇਲੇ। ਕਰੋਨਾ ਦੇ ਵਿੱਚ ਕਰੂਡ ਆਇਲ ਦੀ ਡਿਮਾਂਡ ਜ਼ੀਰੋ ਲੈਵਲ ਤੱਕ ਚਲੀ ਗਈ। ਜਦੋਂ ਸਾਰਾ ਕੁਝ ਤਾਂ ਬੰਦ ਹੋ ਗਿਆ, ਪੂਰਾ ਵਰਲਡ ਬੰਦ ਪਿਆ ਸੀ, ਉਹਨਾਂ ਨੇ ਦੂਸਰੇ ਖਾੜੀ ਦੇਸ਼ਾਂ ਨੇ ਆਪਣੀਆਂ ਪ੍ਰੋਡਕਸ਼ਨਾਂ ਬੰਦ ਕਰ ਦਿੱਤੀਆਂ ਕਿ ਅਸੀਂ ਜੀ ਤੇਲ ਕੱਢਣਾ ਹੀ ਨਹੀਂ ਹੈਗਾ। ਜਦ ਵਿਕਦਾ ਨਹੀਂ ਪਿਆ ਤਾਂ ਕੱਢਣਾ ਕਿੱਥੋਂ ਆ? ਅਤੇ ਇਹ ਤਾਂ ਨੈਚੁਰਲ ਰੂਲ ਹੈ ਕਿ ਜਿਸ ਪ੍ਰੋਡਕਟ ਦੀ ਡਿਮਾਂਡ ਡਾਊਨ ਜਾਂਦੀ ਹੈ ਉਹਦਾ ਪਬਲਿਕ ਦੇ ਵਿੱਚ, ਮਾਰਕੀਟ ਦੇ ਵਿੱਚ ਉਹਦਾ ਰੇਟ ਘਟਦਾ ਆ। ਹੁਣ ਅਗਰ ਕਰੂਡ ਆਇਲ ਬਿਲਕੁਲ ਡਾਊਨ ਚਲਾ ਗਿਆ ਤੇ ਇਹ ਕਿਹੜੇ ਹਿਸਾਬ ਦੇ ਨਾਲ ਇਹ ਡੇਲੀ ਰੇਟ ਵਧਾਉਂਦੇ ਰਹੇ? ਇਹਨਾਂ ਨੇ ਤਾਂ ਕੋਵਿਡ ਦੇ ਦੌਰਾਨ ਵੀ 1.5 ਸਾਲ ਦੇ ਵਿੱਚ 60 ਰੁਪਏ ਡੀਜ਼ਲ ਤੋਂ, ਜਦ ਕਿ 60 ਰੁਪਏ ਦਾ ਜਦੋਂ ਉੱਥੇ 10, 11, 12 ਰੁਪਏ ਕਰੂਡ ਆਇਲ ਹੋ ਗਿਆ ਹੋਊਗਾ, ਤਾਂ ਉਸ ਰੇਟ ਦੇ ਵਿੱਚ ਇੰਡੀਆ ਦੇ ਵਿੱਚ ਵੀ ਤਾਂ ਪੈਟਰੋਲ ਡੀਜ਼ਲ ਦੇ ਗ੍ਰਾਫ ਘਟਣੇ ਚਾਹੀਦੇ ਸੀ ਨਾ ਰੇਟਸ ਦੇ। ਇਹਨਾਂ ਨੇ ਤਾਂ ਵਧਾਏ ਆ। ਕੋਵਿਡ ਦੇ ਦੌਰਾਨ ਇਹ ਕਹਿੰਦੇ ਸੀ ਅਸੀਂ ਮਦਦ ਕਰ ਰਹੇ ਹਾਂ, ਤੇ ਉਹ ਤਾਂ ਰੇਟ ਵੱਧ ਰਹੇ ਸੀਗੇ। ਹੁਣ ਇਸ ਵੇਲੇ 108, 9 ਰੁਪਏ ਨੂੰ ਪੈਟਰੋਲ ਮਿਲਣ ਡਿਆ ਹਰ ਸਟੇਟ ਦੇ ਟੈਕਸ ਦੇ ਹਿਸਾਬ ਨਾਲ। ਅਤੇ ਦੂਜੇ ਪਾਸੇ ਕਿੱਥੋਂ ਦਿੱਲੀ ਦੇ ਵਿੱਚ ਵੀ ਤਾਂ ਸਟੇਟ ਟੈਕਸ ਲੱਗ ਰਿਹਾ, ਬੰਬੇ 'ਚ ਵੀ ਲੱਗ ਰਿਹਾ, ਸਭ ਜਗ੍ਹਾ ਲੱਗ ਰਿਹਾ, ਯੂਪੀ 'ਚ ਵੀ ਲੱਗ ਰਿਹਾ। ਕੀ ਫਰਕ ਹੋਇਆ? ਜਾਂ ਤੋਂ ਜਾਂ 3 ਨਹੀਂ 4 ਰੁਪਏ ਦਾ, 5 ਰੁਪਏ ਦਾ ਡਿਫਰੈਂਸ ਹੋਏਗਾ। ਇਸ ਤੋਂ ਜ਼ਿਆਦਾ ਡਿਫਰੈਂਸ ਤਾਂ ਨਹੀਂ ਹੋਏਗਾ ਨਾ ਸਟੇਟ ਟੈਕਸ ਦਾ। ਬਟ ਇੱਕ ਚੀਜ਼ ਦੱਸੋ ਨਾ ਮੈਨੂੰ ਕਿ ਬੇਸਿਕਸ ਕੀ ਕਾਊਂਟ ਕਰਦਾ? ਕਰੂਡ ਆਇਲ ਦੇ ਰੇਟ ਦੇ ਹਿਸਾਬ ਨਾਲ ਇਹਨਾਂ ਦਾ ਰੇਟ ਕਿਉਂ ਨਹੀਂ ਇਹ ਸੈਂਟਰ ਘਟਾ ਰਿਹਾ? ਪਰ ਦੂਜੇ ਪਾਸੇ ਜੇ ਅਸੀਂ ਗੱਲ ਦੇਖੀਏ, ਆਪਾਂ ਪੈਟਰੋਲ ਤੋਂ ਥੋੜ੍ਹਾ ਜਿਹਾ ਜੇ ਹਟ ਜਾਈਏ, ਪੰਜਾਬ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਪੰਜਾਬ ਦੇ ਵਿੱਚ ਹੀ ਪੈਦਾ ਹੁੰਦੀਆਂ, ਪੰਜਾਬ ਦੇ ਵਿੱਚ ਹੀ ਉਹ ਮਹਿੰਗੀਆਂ ਨੇ। ਕਿਸ ਤਰ੍ਹਾਂ ਦੇਖਦੇ ਹੋ? ਕਿਹੜੀਆਂ ਚੀਜ਼ਾਂ ਦੀ ਗੱਲ ਕਰ ਰਹੇ ਹੋ? ਬਹੁਤ ਚੀਜ਼ਾਂ ਹੈਗੀਆਂ ਜੀ। ਸਰੋਂ ਦਾ ਤੇਲ ਕਿੱਥੇ ਰੇਟ ਜਾ ਰਿਹਾ ਜੀ, ਸਭ ਨੂੰ ਪਤਾ, ਬੱਸੋਂ ਬਾਹਰ ਹੋ ਗਿਆ। ਕੁਕਿੰਗ ਆਇਲ ਕਿੱਥੇ ਜਾ ਰਿਹਾ ਆ? ਹਰ ਚੀਜ਼ ਜਿਹੜੀ ਰੇਟ ਲਗਾਤਾਰ ਵੱਧ ਰਿਹਾ। ਭਾਜੀ ਇੱਕ ਜ਼ਿਮੀਂਦਾਰ ਕੋਲੋਂ ਸਰੋਂ ਦਾ ਰੇਟ ਪੁੱਛ ਕੇ ਦੇਖਿਓ ਕੀ ਪੈਂਦਾ ਪਿਆ। ਕਣਕ ਦਾ ਰੇਟ ਕੀ ਪੈ ਰਿਹਾ MSP, ਦੂਸਰੇ ਰੇਟਸ ਕੀ ਪੈ ਰਹੇ ਆ, ਝੋਨੇ ਦਾ ਰੇਟ ਕੀ ਮਿਲ ਰਿਹਾ, ਠੀਕ ਹੈ ਨਾ, ਉਹ ਚੀਜ਼ਾਂ ਦੇਖਿਓ। ਬਟ ਉਹਦੇ ਨਾਲ ਤੁਸੀਂ ਇਹ ਵੀ ਦੇਖੋ ਨਾ ਕਿ ਜਦੋਂ ਹੁਣ ਮੰਡੀਆਂ ਦਾ ਮੁੱਦਾ ਆ ਗਿਆ, ਜਦੋਂ ਸੈਂਟਰ ਖਰੀਦ ਕਰਦਾ ਸਟੋਰੇਜ ਵੱਧਦੀ ਹੈ, ਇਹਨਾਂ ਨੇ ਉਹ ਹਟਾ ਦਿੱਤਾ ਕਿ ਸਾਰੀ ਸਟੋਰੇਜ ਜਿਹੜੀ ਆ ਜਿੰਨੀ ਮਰਜ਼ੀ ਸਟੋਰੇਜ ਕਰ ਲਓ। ਠੀਕ ਹੈ ਨਾ ਜੀ। ਜਦੋਂ ਕਿਸੇ ਵੀ ਚੀਜ਼ ਦਾ ਜ਼ਿਆਦਾ ਗੋਡਾਊਨਸ਼ਿਪ ਹੋਏਗੀ, ਜ਼ਿਆਦਾ ਉਹਨੂੰ ਸਟੋਰੇਜ ਕੀਤੀ ਜਾਏ। ਕੀ ਮੰਨੀਏ, ਸਰਕਾਰਾਂ ਦਾ ਕੰਟਰੋਲ ਹੀ ਨਹੀਂ, ਚਾਹੇ ਉਸ ਕੇਂਦਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ। ਸਰਕਾਰਾਂ ਦਾ ਸਿੱਧਾ ਕੋਈ ਕੰਟਰੋਲ ਨਹੀਂ ਕਿ ਮਹਿੰਗਾਈ ਨੂੰ ਘਟਾਉਣ ਵਾਲੀ ਸਰਕਾਰ ਕਦਮ ਚੁੱਕ ਸਕਦੀ ਹੈ। ਸਰਕਾਰ ਇੱਕ ਸਿਸਟਮ ਹੈ, ਇੱਕ ਰਾਜ ਹੈ ਸਰਕਾਰ ਦੇ ਕੋਲ, ਹਰ ਹੀਲਾ ਵਸੀਲਾ ਸਰਕਾਰ ਚਾਹੇ ਤੱਕ ਹੀ ਨਹੀਂ ਹੋ ਸਕਦਾ। ਅਸੀਂ ਮੂਵੀਜ਼ ਦੇ ਵਿੱਚ ਵੀ ਦੇਖਦੇ ਜਿਹੜਾ ਦਿਖਾਉਂਦੇ, ਉਹ ਜਸਟ ਇੱਕ ਮੂਵੀ ਨਹੀਂ ਹੁੰਦੀ। ਬਹੁਤ ਕੁਝ ਚੀਜ਼ਾਂ ਜਿਹੜੀਆਂ ਨੇ ਹਕੀਕਤ ਦੇ ਵਿੱਚ ਹੋ ਸਕਦੀਆਂ। ਬਿਲਕੁਲ ਹੋ ਸਕਦੀਆਂ, ਬਟ ਮਸਲਾ ਹੈ ਨਾ ਕਿ ਜੇ ਸੈਂਟਰ ਸਰਕਾਰ ਸਟੇਟ ਸਰਕਾਰ ਨੂੰ ਸਪੋਰਟ ਕਰਦੀ ਆ, ਉਹਨਾਂ ਨਾਲ ਕੋਰਲੇਟ ਕਰਦੀ ਆ, ਦਿਲੋਂ ਕੋਰਲੇਟ ਕਰਦੀ ਆ, ਹਵਾ ਦੇ ਵਿੱਚ ਨਹੀਂ, ਸਿਰਫ ਗੱਲਾਂ ਦੇ ਵਿੱਚ ਨਹੀਂ ਕਿ ਅਸੀਂ ਕੋਰਲੇਟ ਕਰਦੇ ਹਾਂ। ਬਟ ਇੱਥੇ ਕੀ ਐਕਚੁਅਲੀ ਚਾਹੀਦਾ ਪਤਾ ਕੀ ਹੈ? ਜਦੋਂ ਇੱਕ ਸਟੇਟ ਦੇ ਵਿੱਚ ਮੰਨ ਲਓ ਕਾਂਗਰਸ ਦੀ ਸਰਕਾਰ ਬਣ ਗਈ, ਸੈਂਟਰ 'ਚ BJP ਦੀ ਸਰਕਾਰ ਹੈ, ਤਾਂ ਸੈਂਟਰ ਨੂੰ ਇਹ ਚੀਜ਼ ਭੁੱਲਣੀ ਚਾਹੀਦੀ ਹੈ ਵੀ ਸਟੇਟ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ। ਉਹ ਕਿਤੇ ਨਾ ਕਿਤੇ ਵਿਤਕਰਾ ਕਰਦੇ ਆ, ਮਾਰਨੇ ਦੀ ਕੋਸ਼ਿਸ਼ ਕਰਦੇ ਆ, ਤੋੜਨੇ ਦੀ ਕੋਸ਼ਿਸ਼ ਕਰਦੇ ਆ ਕਿ ਇਹਨਾਂ ਨੂੰ ਬਸ ਤੋੜ ਲਈਏ, ਅਤੇ ਉਸੇ ਚੀਜ਼ ਦੇ ਵਿੱਚ ਵਰਕਆਊਟ ਹੀ ਨਹੀਂ ਕਰਨ ਦਿੰਦੇ ਚੱਜ ਨਾਲ। ਜਦ ਸੈਂਟਰ ਸਪੋਰਟ ਨਹੀਂ ਕਰੇਗਾ ਤਾਂ ਸਟੇਟ ਕਿੱਥੋਂ ਕੰਮ ਕਰ ਲਏਗੀ? ਹੁਣ ਇਹਨਾਂ ਨੇ ਉਹ ਕੀਤਾ ਹੈਗਾ, ਦੇਖੋ ਤੁਸੀਂ ਕਿ ਸਿਰਫ ਔਰ ਸਿਰਫ ਮਤਲਬ 15 ਕਿਲੋਮੀਟਰ ਔਰ 50 ਕਿਲੋਮੀਟਰ ਵਾਲਾ BSF ਵਾਲਾ ਹੈ ਨਾ, ਉਹ ਵੀ ਤਾਂ ਮੁੱਦਾ ਦੇਖੋ ਨਾ। ਸਟੇਟ ਕਿਆ CM ਦੀ ਪਰਮਿਸ਼ਨ, ਮਤਲਬ CM ਨਾ, ਮੈਂ ਪਰਮਿਸ਼ਨ ਤਾਂ ਨਹੀਂ ਕਵਾਂਗਾ, ਪ੍ਰਾਈਮ ਮਿਨਿਸਟਰ ਬਹੁਤ ਵੱਡੀ ਪੋਸਟ ਹੈ, ਬਟ ਹੀ ਹੈਜ਼ ਦਾ ਪਾਵਰ ਟੂ ਟੇਕ ਐਨੀ ਡਿਸੀਜ਼ਨ। ਬਟ ਉਹਦੇ ਵਿੱਚ ਵੀ ਮਤਲਬ ਕਿਤੇ ਨਾ ਕਿਤੇ ਪੁੱਛਣਾ ਤਾਂ ਬਣਦਾ ਹੈ, ਬਟ ਬਿਨਾਂ ਪੁੱਛੇ। ਤੁਸੀਂ ਕੋਵਿਡ ਦੀ ਗੱਲ ਕੀਤੀ ਕਿ ਸਰਕਾਰ ਨੇ ਕੋਵਿਡ ਕਾਲ ਦੇ ਵਿੱਚ ਪੈਟਰੋਲ ਡੀਜ਼ਲ ਦੇ ਰੇਟ ਜਿਹੜੇ ਨੇ ਉਹ ਅਸਮਾਨ ਤੱਕ ਲੈ ਕੇ ਰੇਟ ਜਿਹੜੇ ਵਸੋਂ ਬਾਹਰ ਹੋ ਗਿਆ। ਪੈਟਰੋਲ ਡੀਜ਼ਲ ਖਰੀਦਣਾ, ਲੋਕਾਂ ਨੂੰ ਕੰਮ 'ਤੇ ਜਾਣਾ, ਪ੍ਰਾਈਵੇਟ ਸੈਕਟਰ ਦੇ ਖਾਸ ਕਰ ਲੋਕਾਂ ਨੂੰ ਮੁਸ਼ਕਿਲਾਂ ਆਈਆਂ। ਅਤੇ ਜੋ ਦੂਜੇ ਪਾਸੇ ਆਪਾਂ ਦੇਖੀਏ ਕਿ ਜਦੋਂ ਕੋਵਿਡ ਹਾਲੇ ਭਾਰਤ ਵਿੱਚ ਵੜਿਆ ਹੀ ਸੀ ਤਾਂ ਪ੍ਰਧਾਨ ਮੰਤਰੀ ਵੱਲੋਂ ਇੱਕ ਨੰਬਰ ਜਾਰੀ ਕਰ ਦਿੱਤਾ ਜਾਂਦਾ ਕਿ ਵੱਧ ਤੋਂ ਵੱਧ ਰਾਹਤ ਫੰਡ ਲੋਕ ਇਹਦੇ ਵਿੱਚ ਦੇਣ ਤਾਂ ਕਿ ਲੋਕਾਂ ਨੂੰ ਰਿਲੀਫ ਮਿਲੇ। ਤਾਂ ਦੂਜੇ ਪਾਸੇ ਕੈਪਟਨ ਸਾਹਿਬ ਵੀ ਪਿੱਛੇ ਨਹੀਂ ਹਟੇ, ਉਹਨਾਂ ਨੇ ਵੀ ਆਪਣਾ ਇੱਕ ਅਕਾਊਂਟ 'ਤੇ IFSC ਕੋਡ ਜਾਰੀ ਕਰ ਦਿੱਤਾ। ਵੱਖ-ਵੱਖ ਚੈਨਲਾਂ ਦੇ ਉੱਤੇ, ਅਖਬਾਰਾਂ ਦੇ ਉੱਤੇ ਅਕਾਊਂਟ ਨੰਬਰ ਜਾਰੀ ਹੋ ਗਿਆ ਕਿ ਇਹਦੇ ਵਿੱਚ ਰਾਹਤ ਫੰਡ ਦਿਓ। ਲੋਕ ਉਸ ਵੇਲੇ ਮੁਸੀਬਤ 'ਚ ਫਸੇ ਹੋਏ ਸੀ, ਰਾਹਤ ਕਿੱਥੋਂ ਦਿੰਦੇ? ਰਾਹਤ ਲੋਕਾਂ ਨੇ ਲੈਣੀ ਸੀ, ਦੇਣੀ ਨਹੀਂ ਸੀ। ਰਾਹਤ ਫੰਡ ਅਸੀਂ ਸਰਕਾਰਾਂ ਕਿਤੇ ਵੀ ਆ, ਉਹ ਗਰੀਬ ਕੋ ਨਹੀਂ ਮੰਗਿਆ ਜਾਂਦਾ, ਠੀਕ ਹੈ ਨਾ ਜੀ। ਉਹ ਬਹੁਤ ਸਾਰੀਆਂ ਸੰਸਥਾਵਾਂ ਬਾਹਰ ਨਿਕਲ ਕੇ ਆਉਂਦੀਆਂ, ਫੋਰਨਰਸ ਆਉਂਦੇ ਹੈਗੇ ਆ ਜਿਹੜੇ ਇੰਡੀਆ 'ਚੋਂ ਬਾਹਰ ਗਏ ਹੋਏ, ਨੈਚੁਰਲੀ ਇੰਡੀਆ ਨੂੰ ਸਪੋਰਟ ਕਰਨ ਦੀ ਕੋਸ਼ਿਸ਼। ਕਰੋਨਾ ਸਰ ਪੂਰੇ ਦੇਸ਼ ਵਿੱਚ ਹੀ ਨਹੀਂ ਬਲਕਿ ਇੰਟਰਨੈਸ਼ਨਲ ਲੈਵਲ 'ਤੇ ਮਾਰ ਕੀਤੀ, ਪਰ ਕਿਤੇ ਵੀ ਅਜਿਹਾ ਦੇਖਣ ਨੂੰ ਨਹੀਂ ਮਿਲਿਆ ਕਿ ਸਰਕਾਰ ਲੋਕਾਂ ਤੋਂ ਹੀ ਮੰਗਦੀ ਹੋਵੇ ਕਿ ਸਾਨੂੰ ਪੈਸੇ ਦੇ ਦਿਓ ਜੀ, ਅਸੀਂ ਰਾਹਤ ਕਰਨੀ ਆ। ਸਰਕਾਰ ਕੋਲ ਮੰਨ ਲਈਏ ਕਿ ਸਰਕਾਰ ਕੋਲ ਕੁਛ ਨਹੀਂ, ਕੋਈ ਖਜ਼ਾਨਾ ਖਾਲੀ ਦਾ ਵੀ ਰੌਲਾ ਪੈਂਦਾ। ਹਾਲਾਂਕਿ ਚੰਨੀ ਸਾਹਿਬ ਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਥੋੜ੍ਹਾ ਜਿਹਾ ਲੋਕ ਠਹਾਕੇ ਵੀ ਲਗਾ ਰਹੇ ਆ, ਕਿਉਂਕਿ ਮਨਪ੍ਰੀਤ ਬਾਦਲ ਉਹਨਾਂ ਦੇ ਨਾਲ ਬੈਠੇ ਹੋਏ ਸੀਗੇ ਅਤੇ ਉਹ ਅਕਸਰ ਕਹਿੰਦੇ ਸੁਣੇ ਜਾਂਦੇ ਸੀਗੇ ਕਿ ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਆ। ਅਤੇ ਹੁਣ ਚੰਨੀ ਸਾਹਿਬ ਕਹਿ ਦਿੰਦੇ ਆ ਕਿ ਖਜ਼ਾਨਾ ਨਾ ਕਦੀ ਖਾਲੀ ਸੀਗਾ ਨਾ
ਖਾਲੀ ਹੋਣ ਦੇਵਾਂਗੇ। ਪੰਜਾਬ ਦਾ ਖਜ਼ਾਨਾ ਭਰਿਆ ਸੀ ਤਾਂ ਭਰਿਆ ਹੀ ਰੱਖਾਂਗੇ। ਪੰਜਾਬ ਜਿਹੜਾ ਹੈ ਨਾ ਉਹ ਗੁਰੂਆਂ ਦੀ ਧਰਤੀ ਹੈ, ਅਤੇ ਗੁਰੂਆਂ ਦੀ ਧਰਤੀ ਕਦੀ ਵੀ ਖਾਲੀ ਨਹੀਂ ਹੁੰਦੀ। ਤੁਸੀਂ ਵੀ ਸਿੱਖ ਹੋ, ਗੁਰੂਆਂ ਦੀ ਧਰਤੀ ਕਦੀ ਵੀ ਖਾਲੀ ਨਹੀਂ ਹੁੰਦੀ, ਠੀਕ ਹੈ ਨਾ, ਇਸ ਚੀਜ਼ ਨੂੰ ਮੰਨਦੇ ਹੋ ਨਾ। ਅਤੇ ਚੰਨੀ ਜੀ ਵੀ ਇਸੇ ਹੀ ਚੀਜ਼ ਨੂੰ ਲੈ ਕੇ ਮਤਲਬ ਇੱਕ ਐਟੀਟਿਊਡ ਪੋਜ਼ਿਟਿਵ ਹੈ। ਅਗਰ ਦੇਖਿਆ ਜਾਵੇ ਤਾਂ ਜਦੋਂ ਕਾਂਗਰਸ ਦੀ ਸਰਕਾਰ ਪੰਜਾਬ 'ਚ ਆਈ ਆ, ਉਸ ਤੋਂ ਪਹਿਲਾਂ ਪੰਜਾਬ ਦੇ ਕੋਲ ਜਿੰਨਾ ਵੀ ਖਜ਼ਾਨਾ ਸੀ, ਕੁਛ ਵੀ ਸੀਗਾ, ਸਾਰਾ ਚੱਕ ਸੈਂਟਰ ਨੂੰ ਪਾਸ ਔਨ ਕਰ ਦਿੱਤਾ ਗਿਆ ਇਲੈਕਸ਼ਨ ਤੋਂ ਪਹਿਲਾਂ। ਤਾਂ ਪੰਜਾਬ ਕੋਲ ਕੀ ਸੀ ਉਸ ਵੇਲੇ? ਫਿਰ ਵੀ ਚਲਾਇਆ ਨਾ ਪੰਜਾਬ ਸਰਕਾਰ ਨੇ, ਫਿਰ ਵੀ ਕੀਤਾ ਨਾ। ਕਿਸੇ ਦੀਆਂ ਤਨਖਾਹਾਂ ਤਾਂ ਨਹੀਂ ਰੁਕੀਆਂ, ਕਿਸੇ ਦਾ ਕੰਮ ਤਾਂ ਨਹੀਂ ਰੁਕਿਆ, ਸਭ ਕੁਛ ਹੋਇਆ ਨਾ। ਡਿਵੈਲਪਮੈਂਟ ਵੀ ਹੋ ਰਹੀ ਹੈ। ਹੁਣ ਵੀ ਆਏ ਆ ਹੁਸ਼ਿਆਰਪੁਰ ਦਾ 10 ਕਰੋੜ ਰੁਪਈਆ ਅਨਾਊਂਸ ਕਰਕੇ ਗਏ ਆ ਹੁਸ਼ਿਆਰਪੁਰ ਦੀ ਤਰੱਕੀ ਵਾਸਤੇ। ਮੈਡੀਕਲ ਕਾਲਜ ਲਈ ਵੀ ਤਾਂ ਪੈਸਾ ਅਪਰੂਵ ਹੋਇਆ ਨਾ। ਬਟ ਮੈਨੂੰ ਇੱਕ ਚੀਜ਼ ਦੱਸੋ ਕਿ ਸੈਂਟਰ 'ਚੋਂ ਜਿਹੜੀ ਇਹਨਾਂ ਨੇ ਕਿਹਾ ਸੀਗਾ ਕੋਵਿਡ ਵੇਲੇ ਕਿ ਅਸੀਂ 20 ਦੀ ਫਿਗਰ 'ਚ ਨੇ, ਮੈਨੂੰ ਅੱਜ ਵੀ ਫਿਗਰ ਉਹ ਯਾਦ ਨਹੀਂ ਹੈ ਕਿਉਂਕਿ ਉਹਦਾ ਕੋਈ ਮਹੱਤਵ ਹੀ ਨਹੀਂ ਰਹਿ ਜਾਂਦਾ। ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜੀ ਲੋਕਾਂ ਨੂੰ ਰਾਹਤ ਕੋਸ਼ ਦੇ ਤੌਰ 'ਤੇ ਦੇ ਰਹੇ ਹਾਂ, ਕਾਰੋਬਾਰ ਦੇ ਤੌਰ ਵਿੱਚ ਹਰ ਚੀਜ਼ ਦੀ ਸਪੋਰਟ ਕਰਾਂਗੇ, ਫਾਈਨੈਂਸ਼ੀਅਲ ਸਪੋਰਟ ਆਏਗੀ, ਇੱਕ ਏਡ ਆਏਗੀ, ਹੈ ਨਾ। ਉਹ ਕਿੱਥੇ ਆ? ਉਹ ਸਿਰਫ ਹਵਾ 'ਚ ਹੀ ਮੁਹਾਵਰੇ ਸੀਗੇ, ਉਹ ਕਿੱਥੇ ਗਈ? ਰਾਈਟ ਹੈ। ਇਸ ਦੇ ਉਲਟ ਮੈਂ ਇੱਕ ਚੀਜ਼ ਤੁਹਾਨੂੰ ਕਹਿਣਾ, ਦੇਖੋ ਕੋਈ ਵੀ ਪਾਰਟੀ ਹੈ ਉਹ ਕਾਰੋਬਾਰ ਤਾਂ ਨਹੀਂ ਕਰਦੀ, ਠੀਕ ਹੈ ਨਾ ਜੀ। 700 to 900 ਕਰੋੜ ਦਾ ਇਹਨਾਂ ਨੇ ਆਪਣਾ ਆਫਿਸ ਬਣਾਇਆ ਬੀਜੇਪੀ ਨੇ। ਉਹ ਕਿੱਥੋਂ ਬਣਿਆ? ਉਹ ਲੋਕਾਂ ਦਾ ਢਿੱਡ ਕੱਟ ਕੇ ਬਣਾਇਆ। ਉਹ ਕਿੱਥੋਂ ਬਣਿਆ? ਇੱਕ ਲੋਕਾਂ ਨੂੰ ਤਾਂ ਉਹਨਾਂ ਨੇ ਹੋਰ ਹੀ ਕੰਮ 'ਚ ਉਲਝਾਇਆ, ਕਹਿੰਦੇ ਜੀ ਹਿੰਦੂ ਖਤਰੇ 'ਚ ਹੈ, ਹਿੰਦੂ ਖਤਰੇ 'ਚ ਹੈ, ਹਿੰਦੂ ਰਾਸ਼ਟਰ ਬਣਾਵਾਂਗੇ। ਪ੍ਰੋਬਲਮ ਹੀ ਇੱਥੇ ਹੈ ਨਾ। ਐਕਚੁਅਲ ਦੇ ਵਿੱਚ ਕੀ ਹੈ ਕਿ ਕਾਂਗਰਸ ਦੀ ਸਰਕਾਰਾਂ ਦੇ ਮੁੱਦੇ ਹਮੇਸ਼ਾ ਹੁੰਦੇ ਸੀ ਕਾਰੋਬਾਰ, ਡਿਵੈਲਪਮੈਂਟ, ਸੜਕਾਂ, ਪੁਲ, ਸ਼ਹਿਰਾਂ ਦੀ ਡਿਵੈਲਪਮੈਂਟ, ਪਿੰਡਾਂ ਦੀ ਡਿਵੈਲਪਮੈਂਟ। ਬਟ ਇਹ ਲੋਕ ਕੀ ਕਰਦੇ ਆ? ਧਰਮ ਖਤਰੇ 'ਚ ਹੈ, ਇਨਸਾਨੀਅਤ ਖਤਰੇ 'ਚ ਹੈ, ਇਨਸਾਨ ਖਤਰੇ 'ਚ ਹੈ। ਇਸ ਵੇਲੇ ਤਾਂ ਹਰ ਧਰਮ ਨੂੰ ਇਹ ਕਹਿ ਰਹੇ ਕਿ ਖਤਰੇ 'ਚ ਹੈ, ਹਿੰਦੂ ਵੀ ਖਤਰੇ 'ਚ ਹੈ, ਮੁਸਲਿਮ ਵੀ ਖਤਰੇ 'ਚ ਹੈ, ਸਿੱਖ ਵੀ ਖਤਰੇ 'ਚ ਹੈ, ਈਸਾਈ ਖਤਰੇ 'ਚ ਹੈ। ਤਾਂ ਫਿਰ ਖਤਰੇ 'ਚ ਕਿਹੜਾ ਨਹੀਂ ਹੈ? ਲੱਗਦਾ ਨਹੀਂ ਕਿ ਖਤਰੇ 'ਚ ਤਾਂ ਲੋਕਤੰਤਰ ਹੈ, ਖਤਰੇ 'ਚ ਤਾਂ ਲੋਕਤੰਤਰ ਹੈ, ਖਤਰੇ 'ਚ ਤਾਂ ਸਾਡੀ ਆਰਥਿਕਤਾ ਹੈ, GDP ਖਤਰੇ 'ਚ। ਐਕਚੁਅਲ ਦੇ ਵਿੱਚ ਖਤਰੇ 'ਚ ਲੋਕਤੰਤਰ ਹੈ। GDP ਮਾਈਨਸ 'ਚ ਆ ਗਈ। ਇਹ ਕਹਿ ਰਹੇ ਆ ਅਸੀਂ ਮੇਕ ਇਨ ਇੰਡੀਆ ਕਰ ਰਹੇ ਹਾਂ। ਉਹ ਮੇਕ ਇਨ ਇੰਡੀਆ ਕਿੱਥੇ ਹੈ? ਡਿਜੀਟਲ ਇੰਡੀਆ ਕਿੱਥੇ ਹੈ? BSNL ਵਿਕਨੇ ਤੇ ਹੈਗੇ, ਡਿਜੀਟਲ ਇੰਡੀਆ ਕਿੱਥੇ ਹੈ? ਨਾ ਅੱਖਾਂ ਦੇ ਵਿੱਚ ਮਿੱਟੀ ਪਾਈ ਜਾਂਦੀ ਹੈ, ਠੀਕ ਹੈ ਨਾ। ਇਹਨੂੰ ਕਹਿੰਦੇ ਅੱਖਾਂ ਦੇ ਵਿੱਚ ਮਿੱਟੀ ਪਾਉਣਾ, ਫੁੱਟ ਪਾਉਣਾ ਤੇ ਰਾਜ ਕਰਨਾ। ਸੇਮ ਅੰਗਰੇਜ਼ਾਂ ਵਾਲੀ ਨੀਤੀ ਜੋ ਉਹ ਕਰ ਗਏ, ਉਹੀ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਆ। ਢਿੱਡ ਦਾ ਆਪਣਾ ਭਰ ਰਹੇ ਆ। ਐਡਾ ਵੱਡਾ ਇੱਕ ਆ ਰਿਹਾ ਕਿ ਮੋਦੀ ਜੀ ਆਪਣਾ ਬਣਾ ਰਹੇ ਆ, ਆਪਣਾ ਹਾਊਸ ਬਣਾ ਰਹੇ ਆ, ਪਤਾ ਨਹੀਂ ਕਿੰਨੇ ਏਕੜ ਦੇ ਵਿੱਚ ਉਹ ਬਣ ਰਿਹਾ, ਹੈ ਨਾ। ਉਹ ਪੈਸਾ ਕਿੱਥੋਂ ਆਉਣਾ? ਇਹ ਤਾਂ ਚਾਹ ਵਾਲਾ ਸੀ। ਇਹ ਤਾਂ ਨਾਲ ਇਹ ਵੀ ਕਹਿ ਰਿਹਾ ਕਿ ਮੈਂ ਤਾਂ ਆਪਣੀ ਤਨਖਾਹ ਵੀ ਨਹੀਂ ਲੈਂਦਾ, ਮੈਂ ਤਾਂ ਜਿੰਨੀ ਮੈਨੂੰ ਤਨਖਾਹ ਆਉਂਦੀ ਹੈ ਐਜ਼ ਅ ਪ੍ਰਾਈਮ ਮਿਨਿਸਟਰ, ਮੈਂ ਉਹ ਵੀ ਦਾਨ ਕਰਦਾ ਜਾਂ ਕੁਛ ਕਰਦਾ, ਹੈ ਨਾ। ਇੱਦਾਂ ਦਾ ਵੀ ਮੈਨੂੰ ਸੁਣਨੇ 'ਚ ਆਇਆ। ਤਾਂ ਅਗਰ ਉਹ ਤਨਖਾਹ ਵੀ ਦਾਨ ਕਰ ਰਹੇ ਆ, ਪਰਿਵਾਰਿਕ ਵੀ ਕੁਛ ਨਹੀਂ ਕਰ ਰਹੇ, ਕਿਸੇ ਨੂੰ ਦੇ ਰਹੇ, ਤਾਂ ਐਡਾ ਵੱਡਾ ਹਾਊਸ ਕਿੱਥੋਂ ਬਣ ਰਿਹਾ? ਇੰਨਾ ਪੈਸਾ ਕਿੱਥੋਂ ਆ ਰਿਹਾ? ਸਾਨੂੰ ਵੀ 15-15 ਸਾਲ 20-20 ਸਾਲ ਮਿਹਨਤ ਕਰਦੇ ਹੋ ਗਏ, ਕਰਜ਼ੇ ਲੈ ਕੇ ਘਰ ਬਣਾਏ ਆ। ਇਹਨਾਂ ਦਾ ਐਡਾ ਵੱਡਾ ਹਾਊਸ ਕਿੱਥੋਂ ਬਣ ਗਿਆ? ਬੀਜੇਪੀ ਦਾ 700 ਕਰੋੜ ਦਾ ਹਾਊਸ ਕਿੱਥੋਂ ਬਣਿਆ? ਉਹ ਪੈਸਾ ਕਿੱਥੋਂ ਆਇਆ? ਉਹ ਪੈਸਾ ਅਗਰ ਆਇਆ ਸੀ, ਅਗਰ ਬਾਹਰੋਂ ਫੰਡਸ ਆਏ, ਅਗਰ ਬਾਹਰੋਂ ਲੋਕਾਂ ਨੇ ਦਿੱਤਾ, ਤਾਂ ਉਹ ਦੇਸ਼ ਦੀ ਅਗਰ ਇਹ ਐਡੇ ਹੀ ਦਾਨੀ ਆ ਕਿ ਆਪਣੀ ਤਨਖਾਹ ਵੀ ਨਹੀਂ ਲੈ ਰਹੇ, ਤਾਂ ਉਹ ਫੰਡ 700 ਕਰੋੜ ਰੁਪਈਆ ਦੇਸ਼ ਦੀ ਤਰੱਕੀ ਲਈ ਨਹੀਂ ਲੱਗ ਸਕਦਾ ਸੀ? ਉਹ ਦਿੱਲੀ ਦੀ ਤਰੱਕੀ ਲਈ ਨਹੀਂ ਲੱਗ ਸਕਦਾ ਸੀ? ਮੇਰਾ ਇੱਕ ਕੁਐਸਚਨ ਹੈ, ਉਹ ਪੈਸਾ ਦਿੱਲੀ ਦੀ ਤਰੱਕੀ ਲਈ ਨਹੀਂ ਲੱਗ ਸਕਦਾ ਸੀ? ਕਿ ਪਾਰਟੀਆਂ ਦੇ ਐਡੇ ਵੱਡੇ ਵੱਡੇ 에ਅਰ ਕੰਡੀਸ਼ਨ ਆਫਿਸਿਸ ਬਣਾਉਣੇ, ਔਰ ਉਹ ਵੀ ਸੈਂਟਰ ਆਫ ਦਾ ਪਲੇਸ ਦਿੱਲੀ, ਕੀ ਬਹੁਤ ਜ਼ਰੂਰੀ ਸੀਗਾ? ਉਸ ਤੋਂ ਬਿਨਾਂ ਕੰਮ ਨਹੀਂ ਚੱਲ ਸਕਦਾ ਸੀ ਬੀਜੇਪੀ ਦਾ? ਹੁਣ ਮੈਂ ਹੁਣੇ ਪੜ੍ਹ ਰਿਹਾ ਸੀਗਾ ਕਿ ਸਟੇਟ ਵਾਈਜ਼ 630 ਆਫਿਸਿਸ ਬਣਾ ਰਹੇ ਨੇ। ਅਗਰ ਉਹ ਦਿੱਲੀ ਵਾਲਾ ਆਫਿਸ 700 ਕਰੋੜ ਦਾ ਬਣਿਆ, ਤਾਂ ਐਟਲੀਸਟ ਇੱਕ ਆਫਿਸ ਇਹਨਾਂ ਦਾ 10-10, 15-15, 20-20 ਕਰੋੜ 'ਚ ਬਣੇਗਾ, 25-25 ਕਰੋੜ 'ਚ ਬਣੇਗਾ। ਪੈਸਾ ਕਿੱਥੋਂ ਆਏਗਾ? ਉਹ ਤੁਹਾਡੀ ਜੇਬ 'ਚੋਂ ਜਾਏਗਾ, ਮੇਰੀ ਜੇਬ 'ਚੋਂ ਜਾਏਗਾ, ਲੋਕਾਂ ਦੀ ਜੇਬ 'ਚੋਂ ਜਾਏਗਾ। ਸਰਕਾਰ ਜਦੋਂ ਫੰਡ ਮੰਗਦੀ ਸੀ ਰਾਹਤ ਦੇ ਲਈ ਤਾਂ ਉਹ ਜਾਇਜ਼ ਸੀ, ਕੋਈ ਵੀ ਉਹਦੇ ਵਿੱਚ ਫੰਡ ਦੇ ਸਕਦਾ, ਠੀਕ ਹੈ, ਉਹ ਰਾਸ਼ਟਰ ਹਿੱਤ ਵਿੱਚ ਗਿਣਿਆ ਜਾਣਾ ਸੀ। ਜੇਕਰ ਅੱਜ ਸਟੱਡੀ ਵੀਜ਼ੇ ਦੇ ਉੱਤੇ ਲੀਗਲੀ ਤਰੀਕੇ ਦੇ ਨਾਲ ਵਿਦੇਸ਼ਾਂ ਵਿੱਚ ਗਏ ਨੇ, ਵਰਕ ਪਰਮਿਟ 'ਤੇ ਗਏ ਨੇ, ਉੱਥੋਂ ਦੀਆਂ ਸਰਕਾਰਾਂ ਤੋਂ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਦਿਆਂ ਉੱਥੇ ਰਹਿੰਦਿਆਂ ਕੰਮ ਕਰਕੇ, ਜੇ ਅੱਜ ਕਿਸਾਨੀ ਨੂੰ ਸਮਰਥਨ ਕਰਨ ਦੇ ਲਈ ਲੋਕ ਆਪਣੇ ਘਰਾਂ ਨੂੰ, ਆਪਣੇ ਪੰਜਾਬ ਨੂੰ, ਆਪਣੇ ਵਤਨ ਨੂੰ ਪੈਸੇ ਭੇਜਦੇ ਨੇ, ਤਾਂ ਪ੍ਰਚਾਰਿਆ ਜਾ ਰਿਹਾ ਫੰਡਿੰਗ ਹੋ ਰਹੀ ਹੈ ਜੀ, ਫੰਡਿੰਗ ਹੋ ਰਹੀ ਹੈ। ਉਹ ਇੱਕ ਫੰਡਿੰਗ ਸ਼ਬਦ ਜਿਹੜਾ ਉਹ ਵਰਤਿਆ ਜਾ ਰਿਹਾ, ਯਾਨੀ ਪ੍ਰਧਾਨ ਮੰਤਰੀ ਨੂੰ ਫੰਡ ਮਿਲੇ ਉਸ ਅਕਾਊਂਟ ਦੇ ਵਿੱਚ ਤਾਂ ਉਹ ਰਾਸ਼ਟਰ ਹਿੱਤ ਦੇ ਵਿੱਚ ਹੋ ਗਿਆ, ਪੰਜਾਬ ਦੇ ਵਿੱਚ ਪੈਸਾ ਲੀਗਲੀ ਤਰੀਕੇ ਦੇ ਨਾਲ ਉਹ ਦੇਸ਼ ਧਰੋਹੀ ਹੋ ਗਿਆ। ਭਾਜੀ ਇੰਡੀਆ ਦੇ ਵਿੱਚ ਇਸ ਵੇਲੇ ਜੋ ਬੀਜੇਪੀ ਨੂੰ ਮਿਲੇ ਨਾ ਉਹ ਰਾਸ਼ਟਰ ਹਿੱਤ 'ਚ ਹੈ, ਜੋ ਕਿਸੇ ਹੋਰ ਨੂੰ ਮਿਲੇ ਨਾ
ਉਹ ਦੇਸ਼ ਧਰੋਹੀ ਹੈ। ਆਖਰੀ 2-3 ਸਵਾਲ ਜਿਹੜੇ ਨੇ, ਇੱਕ ਤਾਂ ਤੁਸੀਂ ਗੱਲ ਕੀਤੀ ਕਿ ਪ੍ਰਧਾਨ ਮੰਤਰੀ ਕਰੋੜਾਂ ਰੁਪਏ ਦਾ ਬੰਗਲਾ ਜਿਹੜਾ ਆਪਣਾ ਤਿਆਰ ਕਰ ਰਹੇ ਨੇ, ਰਿਹਾਇਸ਼ ਤਿਆਰ ਕਰ ਰਹੇ ਨੇ। ਠੀਕ ਆ, ਲੋਕਤੰਤਰ ਦਾ ਹਿੱਸਾ ਨੇ, ਉਹ ਕਰ ਰਹੇ ਨੇ, ਉਹ 'ਤੇ ਕਿੰਤੂ ਪਰੰਤੂ ਵੀ ਹੋਣਾ ਲਾਜ਼ਮੀ ਹੈ। ਵਿਨੋਦ ਰਾਏ ਜੀ ਸਿਆਸਤ ਵਿੱਚ ਸਰਗਰਮ ਹੋਏ ਨੇ, ਚਰਚਾ ਇਹ ਵੀ ਹੈ ਕਹਿੰਦੇ ਵੀ ਵਿਨੋਦ ਰਾਏ ਜੀ ਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਫਾਰਮ ਬਣ ਜਾਣਗੇ ਤਾਂ ਉਹ ਵੀ ਕਰੋੜਾਂਪਤੀ ਹੋ ਜਾਣਗੇ। ਨਹੀਂ ਭਾਜੀ, ਮੈਨੂੰ ਫਾਰਮਾਂ ਦੀ ਲੋੜ ਨਹੀਂ ਹੈ, ਮੈਂ ਆਪਣੇ ਪਰਿਵਾਰ ਦੇ ਵਿੱਚ ਸੁਖੀ ਹਾਂ, ਮੈਨੂੰ ਫਾਰਮਾਂ ਦੀ ਲੋੜ ਨਹੀਂ ਹੈ। ਮਸਲਾ ਪਤਾ ਕੀ ਹੈ? ਮਸਲਾ ਇਹ ਹੈ ਕਿ ਮੈਂ ਕੁਝ ਗੱਲਾਂ ਜ਼ਰੂਰ ਕਰਨਾ ਚਾਹਾਂਗਾ ਇਸ ਵੇਲੇ ਤੁਹਾਡੇ ਨਾਲ ਕਿ ਦੇਖੋ, ਮੁੱਦਾ ਉਠਾਇਆ ਜਾਂਦਾ ਹੈ ਕਿ ਦੇਸ਼ ਖਤਰੇ 'ਚ ਹੈ, ਠੀਕ ਹੈ ਜੀ। ਮੋਦੀ ਜੀ ਨੇ ਬੀਜੇਪੀ ਚੋਂ ਮੋਦੀ ਜੀ ਨੇ ਇੰਨੀਆਂ ਵਾਰ ਫੋਰਨ ਟੂਰਸ ਕੀਤੇ, ਫੋਰਨ ਅਫੇਅਰਸ ਦੇ ਵਿੱਚ ਸਾਡਾ ਜੀ ਆਹ ਚੱਲ ਰਿਹਾ, ਉਹ ਚੱਲ ਰਿਹਾ, ਉਸ ਅੱਜ ਤੱਕ ਕੁਛ ਇੱਕ ਪੈਸੇ ਦਾ ਵੀ ਕੁਛ ਆਇਆ? ਬੁਲੇਟ ਟ੍ਰੇਨ ਕਹਿੰਦੇ ਸੀ ਜਾਪਾਨ ਨੇ 6000 ਕਰੋੜ ਦਾ ਕਰਜ਼ਾ ਦੇਣਾ ਜੀ, ਅਸੀਂ ਬੁਲੇਟ ਟ੍ਰੇਨ ਲਿਆਣੀ, ਉਹਨਾਂ ਨੇ ਰਿਜੈਕਟ ਕਰਤਾ, ਅਸੀਂ ਨਹੀਂ ਦੇਣਾ ਜੀ, ਠੀਕ ਹੈ। ਕਿਉਂ? ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣਗੇ ਇਸ ਗੱਲ ਨੂੰ ਜਿਹੜੀ ਤੁਸੀਂ ਜਾਣਕਾਰੀ ਦੇ ਰਹੇ ਹੋ। ਨਹੀਂ ਜਾਣਦੇ ਨਾ, ਇਹੀ ਤਾਂ ਗੱਲ ਹੈ ਨਾ। ਲੋਕ ਤਾਂ ਇੰਤਜ਼ਾਰ ਕਰ ਰਹੇ ਕਿ ਬੁਲੇਟ ਟ੍ਰੇਨ ਚੱਲਣੀ ਦੇਸ਼ ਵਿੱਚ, ਬੁਲੇਟ ਟ੍ਰੇਨ ਚੱਲਣੀ, ਚਰਚਾਵਾਂ ਹੋ ਰਹੀਆਂ। ਤੇ ਬੀਜੇਪੀ ਦੇ ਸਮਰਥਕ, ਮੈਂ ਖੁਦ ਕਮੈਂਟ ਕਰਦੇ ਦੇਖੇ ਆ, ਬੀਜੇਪੀ ਦੇ ਸਮਰਥਕ ਹੁਣ ਤੱਕ ਕਮੈਂਟ ਕਰਦੇ ਨੇ, ਜਿਹੜੀ ਉਹਨਾਂ ਦੇ ਆਈਟੀ ਵਿੰਗ ਹੋਵੇਗਾ ਜਾਂ ਉਹਨਾਂ ਦੇ ਸਮਰਥਕ ਨੇ, ਉਹ ਕਹਿੰਦੇ ਜੀ ਬੁਲੇਟ ਟ੍ਰੇਨ ਤੋਂ ਵੱਡਾ ਕੀ ਹੋ ਸਕਦਾ ਹੈ। ਇੱਕ ਚੀਜ਼ ਹੋਰ ਪੜ੍ਹ ਰਿਹਾ ਸੀਗਾ ਕਿ ਚਾਈਨਾ, ਇਹ ਕਹਿੰਦੇ ਇਹ ਚਾਈਨਾ ਦੇ ਵਿੱਚ 2-3 ਵਾਰੀ ਜਾਇਆ, ਠੀਕ ਹੈ। ਚਾਈਨਾ ਇੰਡੀਆ ਦੇ ਬਾਰਡਰਾਂ 'ਤੇ ਬੈਠਾ ਹੋਇਆ, ਹਰ ਰੋਜ਼ ਪ੍ਰੋਬਲਮ ਕ੍ਰੀਏਟ ਕਰ ਰਿਹਾ ਚਾਈਨਾ, ਕੋਈ ਨਾ ਕੋਈ। ਚਾਈਨਾ ਦਾ ਅਸੀਂ ਕਹਿੰਦੇ ਹਾਂ ਕਿ ਭੂਟਾਨ, ਤਿੱਬਤ, ਇਹ ਉਹ, ਨੇਪਾਲ ਸਾਡੇ ਫਰੈਂਡਸ ਨੇ, ਹੈ ਨਾ, ਉਹ ਨੈਚੁਰਲੀ ਫਰੈਂਡਸ ਨੇ, ਬਟ ਕਿਆ ਹੁਣ ਚਾਈਨਾ ਉਹਨਾਂ ਦੇ ਨਾਲ ਟਾਈ ਅਪਸ ਨਹੀਂ ਕਰ ਰਿਹਾ? ਰਾਜਨਾਥ ਜੀ ਨੇ ਜਹਾਜ਼ ਦੇ ਉੱਤੇ ਨਿੰਬੂ ਮਿਰਚਾਂ ਟੰਗ ਕੇ ਟਿੱਕਾ ਲਗਾ ਤੇ ਦਿੱਤਾ ਸੀਗਾ, ਬੜੀਆਂ ਤਸਵੀਰਾਂ ਵਾਇਰਲ ਹੋਈਆਂ ਸੀ। ਤੇ ਭਾਜੀ ਜਹਾਜ਼ 'ਤੇ ਨਿੰਬੂ ਮਿਰਚਾਂ ਲਗਾਉਣ ਨਾਲ ਇਹ ਥੋੜ੍ਹੀ ਹੋ ਜਾਣਾ ਕਿ ਜਹਾਜ਼ ਚੱਲ ਜਾਣਾ। ਜਹਾਜ਼ ਦੇ ਵਿੱਚ ਸੈਨਾ ਚਾਹੀਦੀ ਆ, ਠੀਕ ਹੈ ਨਾ। ਸੈਨਾ ਨੂੰ ਹਥਿਆਰ ਚਾਹੀਦੇ ਆ, ਸੈਨਾ ਨੂੰ ਸਪੋਰਟ ਚਾਹੀਦੀ ਆ, ਸੈਨਾ ਨੂੰ ਹੌਸਲਾ ਚਾਹੀਦਾ। ਬਟ ਇਸ ਵੇਲੇ ਕੀ ਹੈ ਕਿ ਧਾਰਮਿਕ ਮੁੱਦਿਆਂ 'ਚ ਆ ਕੇ ਹੌਸਲੇ ਤੋੜੇ ਜਾ ਰਹੇ ਆ, ਠੀਕ ਹੈ ਨਾ। ਕਿਤੇ ਨਾ ਕਿਤੇ ਦੇਖੋ, ਮੈਂ ਇਹ ਕਿਸਾਨੀ ਮੁੱਦੇ ਦੀ ਵੀ ਗੱਲ ਕਰੀਏ ਨਾ, ਤਾਂ ਸਾਡੇ ਕਿਸਾਨ ਭਰਾ ਹੀ ਕਾਫੀ ਸਾਰੇ ਆਰਮੀ ਦੇ ਵਿੱਚ ਵੀ ਹੈਗੇ ਆ, ਰਾਈਟ ਹੈ ਨਾ। ਅਤੇ ਜੇ ਉਹਨਾਂ ਦੇ ਮਾਂ ਬਾਪ ਸੜਕਾਂ 'ਤੇ ਰੁਲ ਰਹੇ ਆ, ਤਾਂ ਕਿਤੇ ਨਾ ਕਿਤੇ ਉਹਨਾਂ ਦਾ ਵੀ ਹੌਸਲਾ ਟੁੱਟਦਾ। ਇਹ ਚੀਜ਼ ਵੀ ਸੈਂਟਰ ਸਰਕਾਰ ਨੂੰ ਦੇਖਣੀ ਚਾਹੀਦੀ ਹੈ, ਠੀਕ ਹੈ ਨਾ। ਮਸਲਾ ਇਹ ਹੈ ਕਿ ਮੁੱਦਿਆਂ ਤੋਂ ਹਟ ਕੇ ਕਰੋ ਨਾ। ਤੁਸੀਂ ਧਰਮ ਦੀ ਰਾਜਨੀਤੀ ਕਰ ਰਹੇ ਹੋ, ਜਾਤ ਪਾਤ ਦੀ ਰਾਜਨੀਤੀ ਕਰ ਰਹੇ ਹੋ। ਰਾਜਨੀਤੀ ਕਰਨੀ ਹੈ ਤਾਂ ਯਾਰ ਕਾਰੋਬਾਰ ਦੀ ਕਰੋ ਨਾ, ਸਿਸਟਮ ਦੀ ਕਰੋ ਨਾ, ਕੁਛ ਬਣਾਓ ਤਾਂ ਸਹੀ ਕੁਛ। ਦੇਖੋ, ਮੇਰੀ ਇੱਕ ਸੋਚ ਹੈ ਕਿ ਜਦੋਂ ਵੀ ਕੋਈ ਦੇਸ਼ ਤਰੱਕੀ ਕਰਦਾ ਨਾ, ਉਹ ਇੱਕ ਛੋਟੇ ਜਿਹੇ ਘਰ ਤੋਂ ਕਰਦਾ। ਅਸੀਂ ਆਪਣੇ ਘਰ ਦੀ ਕਹੀਏ ਨਾ ਕਿ ਮੁਹੱਲੇ ਦੀ ਸਫਾਈ ਰੱਖਣੀ, ਤਾਂ ਅਸੀਂ ਮੁਹੱਲੇ ਦੀ ਸਫਾਈ ਨਹੀਂ ਰੱਖ ਸਕਦੇ। ਜੇ ਹਰ ਬੰਦਾ ਆਪਣੇ ਘਰ ਦੀ ਸਫਾਈ ਰੱਖਣੀ ਸ਼ੁਰੂ ਕਰ ਦੇਵੇ ਨਾ, ਤਾਂ ਉਹ ਘਰ ਦੇ ਨਾਲ ਨਾਲ ਵਿਹੜਾ, ਮੁਹੱਲਾ, ਬਾਹਰ, ਸੜਕਾਂ ਸਭ ਕੁਝ ਸਾਫ਼ ਹੋ ਜਾਂਦਾ। ਉਹ ਪੂਰੇ ਦਾ ਪੂਰਾ ਏਰੀਆ ਸਾਫ਼ ਹੋ ਜਾਂਦਾ, ਹੈ ਨਾ, ਕਲੀਨ ਰਹਿੰਦਾ, ਰਾਈਟ ਹੈ। ਇਹਨਾਂ ਦਾ ਕਲੀਨ ਇੰਡੀਆ ਗੰਗਾ ਦੇ ਉੱਤੇ ਜਾ ਕੇ ਉਹ ਚੱਕ ਕੇ ਵੀਡੀਓਜ਼ ਬਣਾਉਣ ਦੇ ਨਾਲ, ਜਾਂ ਦਰਿਆ ਕੰਢੇ ਜਾ ਕੇ ਚੱਕਣ ਦੇ ਨਾਲ, ਜਾਂ ਗੰਗਾ ਖੁਦ ਸਾਫ਼ ਕਰਨ ਦੇ ਨਾਲ ਗੰਗਾ ਅੱਜ ਤੱਕ ਤਾਂ ਕਦੀ ਸਾਫ਼ ਹੋਈ ਨਹੀਂ, ਠੀਕ ਹੈ। ਦੂਰ ਕੀ ਜਾਣਾ ਸੀ, ਜਿੱਥੇ ਬੈਠੇ ਇੱਥੇ ਕੁਛ ਚੰਦ ਮੀਟਰ ਦੀ ਦੂਰੀ ਤੇ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਦਾ, ਉੱਥੇ ਪੂਰਾ ਗੰਦਗੀ ਦੇ ਅੰਬਾਰ ਲੱਗੇ ਹੋਏ ਆ। ਜਦ ਕਿ ਮੋਦੀ ਸਾਹਿਬ ਜਾਂ ਬੀਜੇਪੀ ਦੇ ਜਿਹੜੇ ਕਈ ਸਿਆਸੀ ਲੋਕ ਨੇ, ਉਹਨਾਂ ਦੀਆਂ ਵਧੀਆ ਕੱਪੜੇ ਪਾ ਕੇ ਸਾਫ਼ ਸੁਥਰੇ ਤੇ ਸਾਫ਼ ਚਮਚਮਾਉਂਦੇ ਫਰਸ਼ ਦੇ ਉੱਤੇ ਝਾੜੂ ਫੜ ਕੇ ਫੋਟੋ ਜਿਹੜੀ ਅਕਸਰ ਵਾਇਰਲ ਹੁੰਦੇ ਨੇ। ਪਰ ਮੈਂ ਇਹਨਾਂ ਗੱਲਾਂ ਉੱਤੇ ਮੈਂ ਗੱਲ ਹੀ ਨਹੀਂ ਕਰਨੀ ਚਾਹੁੰਦਾ। ਬਿਕੋਜ਼ ਕੀ ਹੈ ਕਿ ਭਾਜੀ ਇਸ ਵੇਲੇ ਸਾਨੂੰ ਜ਼ਰੂਰਤ ਹੈ, ਸਾਡੇ ਬੱਚਿਆਂ ਨੂੰ ਜ਼ਰੂਰਤ ਹੈ, ਸਾਡੇ ਭਰਾਵਾਂ ਨੂੰ ਜ਼ਰੂਰਤ ਹੈ ਰੋਜ਼ਗਾਰ ਦੀ, ਭੈਣਾਂ ਭਰਾਵਾਂ ਨੂੰ ਜ਼ਰੂਰਤ ਹੈ ਰੋਜ਼ਗਾਰ ਦੀ। ਜੇ ਇੱਕ ਘਰ ਦੇ ਵਿੱਚ, ਇੱਕ 5-4 ਮੈਂਬਰੀ ਫੈਮਿਲੀ ਦੇ ਘਰ ਦੇ ਵਿੱਚ ਇੱਕ ਬੰਦੇ ਨੂੰ ਸਹੀ ਢੰਗ ਨਾਲ ਰੋਜ਼ਗਾਰ ਮਿਲੇਗਾ ਨਾ, ਤੇ ਤਾਂ ਸਹੀ ਮਾਇਨਿਆਂ ਦੇ ਵਿੱਚ ਦੇਸ਼ ਤਰੱਕੀ ਕਰੇਗਾ। ਕਿਉਂਕਿ ਅਗਰ ਹਰ ਦੇਸ਼, ਅਗਰ ਉਸ ਕਿਸੇ ਵੀ ਕੰਟਰੀ ਦੀ ਜਿਹੜੀ ਖੁਸ਼ਹਾਲੀ ਹੈ ਨਾ, ਉਸ ਦੇ ਲੋਕਾਂ ਦੀ ਖੁਸ਼ਹਾਲੀ 'ਤੇ ਡਿਪੈਂਡ ਕਰਦੀ ਹੈ। ਉਸ ਦੇ ਸੀਨੀਅਰ ਲੀਡਰਸ਼ਿਪ ਜਾਂ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਜਾਂ ਕਿਸੇ ਹੋਰ ਦੀ ਖੁਸ਼ਹਾਲੀ 'ਤੇ ਡਿਪੈਂਡ ਨਹੀਂ ਕਰਦੀ, ਠੀਕ ਹੈ ਨਾ। ਪਰਟੀਕੂਲਰ ਲੋਕਾਂ ਦੀ ਖੁਸ਼ਹਾਲੀ 'ਤੇ ਡਿਪੈਂਡ ਕਰਦੀ ਹੈ। ਅਤੇ ਲੋਕ ਖੁਸ਼ ਨਹੀਂ ਹੈ ਬ੍ਰਦਰ, ਲੋਕ ਇਹਨਾਂ ਚੀਜ਼ਾਂ ਤੋਂ ਅੱਕ ਚੁੱਕੇ ਆ, ਪਰੇਸ਼ਾਨ ਨੇ। ਕਿਉਂਕਿ ਅਗਰ ਘਰ ਦੇ ਵਿੱਚ ਰੋਟੀ ਨਹੀਂ ਹੈ ਤਾਂ ਮੋਦੀ ਜੀ ਜਿੰਦਾਬਾਦ, ਮੈਂ ਬੀਜੇਪੀ ਜਿੰਦਾਬਾਦ, ਉਹਦੇ ਨਾਲ ਕੀ ਹੋ ਜਾਣਾ? ਕੁਛ ਵੀ ਨਹੀਂ ਹੋਣਾ। ਰੋਟੀ ਤਾਂ ਨਹੀਂ ਮਿਲਣੀ ਨਾ, ਘਰ ਤਾਂ ਨਹੀਂ ਬਣਨੇ ਨਾ। ਅਤੇ ਜੇ ਘਰ ਦੇ ਵੀ ਬੱਚਿਆਂ ਨੂੰ ਪੜ੍ਹਾਈ ਨਹੀਂ ਮਿਲੇਗੀ, ਅਗਰ ਕੁਛ ਦੇਣਾ ਹੈ ਫਰੀ ਤਾਂ ਬੱਚਿਆਂ ਦੀ ਐਜੂਕੇਸ਼ਨ ਫਰੀ ਦਿਓ, ਹੈਲਥ ਫਰੀ ਦਿਓ, ਠੀਕ ਹੈ ਨਾ, ਕੁਛ ਫੈਸਿਲਿਟੀਜ਼ ਦਿਓ ਫਰੀ। ਆਟਾ ਦਾਲ ਸਕੀਮਾਂ ਦੇ ਵਿੱਚ ਨਾ ਫਸੋ, ਉਹ ਤਾਂ ਬੰਦੇ ਨੂੰ ਨਪੁੰਸਕ ਬਣਾਉਣ ਵਾਲੀ ਗੱਲ ਹੈ। ਬਿਲਕੁਲ, ਆਟਾ ਦਾਲ ਸਕੀਮਾਂ ਜਾਂ ਅਜਿਹੀਆਂ ਸਕੀਮਾਂ ਜਿਹਦੇ ਨਾਲ ਲੋਕ ਜਿਹੜੇ ਨੇ ਉਹ ਸਰਕਾਰਾਂ 'ਤੇ ਨਿਰਭਰ ਹੋ ਜਾਣ, ਅਜਿਹੇ ਫੈਸਲੇ ਨਹੀਂ ਲੈਣੇ ਚਾਹੀਦੇ। ਵਿਨੋਦ ਰਾਏ ਜੀ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਕਿਸ ਦੀ ਬਣੇਗੀ, ਉਹਨਾਂ ਨੇ ਦੱਸਿਆ ਕਿ ਲੋਕ ਜਿਹੜੇ ਨੇ ਆਪਣੀ ਵੋਟ ਦੀ, ਆਪਣੇ ਮੱਤ ਦੀ ਵਰਤੋਂ ਕਰਨਗੇ, ਅਤੇ ਉਮੀਦ ਜ਼ਾਹਰ ਕੀਤੀ ਕਿ ਕਾਂਗਰਸ ਦੀ ਸਰਕਾਰ ਜਿਹੜੀ ਹੈ ਇੱਕ ਵਾਰੀ ਫਿਰ ਤੋਂ ਸੱਤਾ ਦੇ ਵਿੱਚ ਆਵੇਗੀ। ਕਿਉਂਕਿ ਉਹਨਾਂ ਦੇ ਦੱਸਣ ਮੁਤਾਬਕ ਲੋਕ ਹਿੱਤਾਂ ਦੇ ਲਈ ਜਿਹੜੇ ਫੈਸਲੇ ਵੱਡੇ ਚਰਨਜੀਤ ਚੰਨੀ ਇਸ ਵਕਤ ਮੌਜੂਦਾ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਵੱਲੋਂ ਲਏ ਜਾ ਰਹੇ ਨੇ। ਅਤੇ ਇਹ ਅਸੀਂ ਗੱਲਬਾਤ ਕੀਤੀ ਵਿਨੋਦ ਰਾਏ ਜੀ ਨਾਲ। ਇਹ
ਪਬਲਿਕ ਕੋਆਰਡੀਨੇਸ਼ਨ ਸੈੱਲ ਤੋਂ ਨੇ, ਚੇਅਰਮੈਨ ਹੁਸ਼ਿਆਰਪੁਰ, ਲਗਾਤਾਰ ਐਕਟਿਵ ਰਹਿੰਦੇ ਨੇ ਸਮਾਜ ਸੇਵਾ ਦੇ ਵਿੱਚ ਅਤੇ ਰਾਜਨੀਤੀ ਵਿੱਚ ਵੀ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਨੇ। ਵਿਨੋਦ ਰਾਜ ਜੀ, ਤੁਸੀਂ ਸਾਨੂੰ ਸਮਾਂ ਦਿੱਤਾ, ਡਾਕ ਟੈਲੀਵਿਜ਼ਨ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਕਿਸੇ ਮੁੱਦੇ ਦੇ ਉੱਤੇ ਤੁਹਾਡੇ ਨਾਲ ਰੂਬਰੂ ਹੋਵਾਂਗੇ। ਫਿਲਹਾਲ ਦੇ ਲਈ ਕੈਮਰਾ ਪਰਸਨ ਪਾਰਸ ਕਪੂਰ ਦੇ ਨਾਲ ਆਪਣੇ ਦੋਸਤ ਗੋਬਿੰਦਜੀਤ ਸਿੰਘ ਨੂੰ ਦਿਓ ਇਜਾਜ਼ਤ। ਤਾਜ਼ਾ ਤਰੀਨ ਖਬਰਾਂ ਦੇ ਲਈ, ਵੱਡੀਆਂ ਅਪਡੇਟਸ ਦੇ ਲਈ, ਚੰਗੀਆਂ ਵੀਡੀਓਜ਼ ਦੇ ਲਈ ਤੁਸੀਂ ਡਾਕ ਟੈਲੀਵਿਜ਼ਨ ਨੂੰ ਫੇਸਬੁੱਕ ਅਤੇ YouTube ਦੇ ਉੱਤੇ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਧੰਨਵਾਦ।